ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਵਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ਼ਬਦ ਬ੍ਰਹਮ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਬੇਅੰਤ ਕਿਰਪਾ ਬਖਸ਼ਿਸ਼ ਹੋਈ ਹੈ, ਜੋ ਮਹਾਰਾਜ ਨੇ ਆਪਣੇ ਤੇ ਮਿਹਰ ਕੀਤੀ ਹੈ। ਆਪਦੇ ਦਰ ਘਰ ਦੀ ਹਾਜ਼ਰੀ ਬਖਸ਼ੀ, ਸ਼ਾਮ ਦਾ ਸਮਾਂ ਸਤਸੰਗ ਘੜੀਆਂ ਬਖਸ਼ੀਆਂ ਹਨ। ਆਓ ਗੁਰੂ ਇਤਿਹਾਸ ਦੀ ਕਥਾ ਦਾ ਜੋ ਸਮਾਂ ਬਹੁਤ ਹੀ ਸਤਿਕਾਰਯੋਗ ਮਹਾਨ ਵਿਦਵਾਨ ਪੰਥ ਪ੍ਰਸਿੱਧ ਗੁਰਮੁਖ ਸ਼੍ਰੀਮਾਨ ਕਵੀ ਸੰਤਰੇਣ ਪ੍ਰੇਮ ਸਿੰਘ ਜੀ ਤ੍ਰੇਹਣ ਬੰਸ ਜਿਨ੍ਹਾਂ ਦੁਆਰਾ ਰਚਿਤ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਕਥਾ ਚੱਲ ਰਹੀ ਹੈ। ਮਾਈ ਭਾਈ ਹਰ ਰੋਜ਼ ਹਾਜ਼ਰੀ ਭਰਦੇ ਹੋ, ਇਤਿਹਾਸ ਸਰਵਣ ਕਰ ਰਹੇ ਹੋ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਪ੍ਰਸੰਗ, ਗੁਰੂ ਸਾਹਿਬ ਜੀ ਦੇ ਉਹਨਾਂ ਮਹਾਨ ਗੁਰਸਿੱਖਾਂ ਦੀ ਕਥਾ ਜਿਨ੍ਹਾਂ ਤੇ ਬੇਅੰਤ ਬਖਸ਼ਿਸ਼ਾਂ ਮਹਾਰਾਜ ਨੇ ਕੀਤੀਆਂ। ਉਸ ਲੜੀ ਤਹਿਤ ਕੱਲ ਭਾਈ ਮੰਝ ਜੀ ਦਾ ਜੀਵਨ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਹੈ, ਜੋ ਕਿ 6ਵੇਂ ਘਰ ਤੱਕ ਪ੍ਰਸੰਗ ਕਥਾ ਸਰਵਣ ਹੋਈ। ਆਓ ਅੱਗੇ ਗੁਰੂ ਪਾਤਸ਼ਾਹ ਜੀ ਦਾ ਇਤਿਹਾਸ। ਭਾਈ ਬਹੋੜਾ ਜੀ ਗੁਰੂ ਅਰਜਨ ਦੇਵ ਜੀ ਦੇ ਗੁਰਸਿੱਖ ਹੋਏ ਹੈ, ਜੋ ਕਿ ਸੁਨਿਆਰ ਜਾਤੀ ਵਿੱਚੋਂ ਸਨ। ਉਹਨਾਂ ਦਾ ਪ੍ਰਸੰਗ ਦੇ ਰਹੇ ਨੇ ਸੰਤਰੇਣ ਜੀ। ਪ੍ਰੇਮ ਔਰ ਸਤਿਕਾਰ ਦੇ ਨਾਲ ਕਥਾ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ
ਸ੍ਰੀ ਗੁਰੂ ਅਰਜਨ ਦੇਵ ਜੀ ਰਚੈ ਸੁਧਾ ਸਾਰ ਤਾਰ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤ ਸਰੋਵਰ ਦੀ ਰਚਨਾ ਕਰ ਰਹੇ ਹਨ। ਨਾਮ ਬਹੋੜਾ ਸਿੱਖ ਇੱਕ, ਆਇਓ ਜਾਤ ਸੁਨਾਰ। ਇੱਕ ਭਾਈ ਬਹੋੜਾ ਨਾਮ ਦਾ ਪ੍ਰਾਣੀ ਸਿੱਖ ਗੁਰੂ ਪਾਤਸ਼ਾਹ ਦੀ ਸਿੱਖੀ ਧਾਰਨ ਕੀਤੀ ਹੈ। ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਆਇਆ, ਜਿਹਦੀ ਭਾਈ ਜਾਤੀ ਸੁਨਿਆਰ ਹੈ। ਚੌਪਈ ਪ੍ਰੇਮ ਸਾਥ ਦਰਸ਼ਨ ਕੋ ਕੀਨ। ਉਸਨੇ ਬਹੁਤ ਪ੍ਰੇਮ ਦੇ ਨਾਲ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ। ਮਸਤਕ ਪਗ ਪੰਕਜ ਧਰ ਦੀਨ। ਗੁਰੂ ਸਾਹਿਬ ਦੇ ਚਰਨ ਕਮਲਾਂ ਤੇ ਆਪਣਾ ਮੱਥਾ ਰੱਖਿਆ ਹੈ। ਹਾਥ ਜੋੜੇ ਅਰਦਾਸ ਬਖਾਨੀ। ਹੱਥ ਜੋੜੇ ਬੇਨਤੀ ਕੀਤੀ ਹੈ। ਸ੍ਰੀ ਸਤਿਗੁਰ ਸਭ ਘਟ ਕੇ ਜਾਨੀ। ਇਹ ਸਤਿਗੁਰੂ ਸੱਚੇ ਪਾਤਸ਼ਾਹ, ਤੁਸੀਂ ਸਭ ਦੇ ਹਿਰਦੇ ਦੀ ਜਾਣਨ ਵਾਲੇ ਹੋ। ਕਿਰਤ ਸੁਨਾਰੇ ਕੀ ਮੈਂ ਕਰਹੁ। ਮਹਾਰਾਜ ਮੈਂ ਸੁਨਿਆਰੇ ਦੀ ਕਿਰਤ ਸੋਨੇ ਦਾ ਕੰਮ ਕਰਦਾ ਹਾਂ। ਕਾਲ ਬਿਤਾਵੋਂ ਉਦਰ ਸੋ ਭਰਹੁ। ਇਉਂ ਸਮਾਂ ਬਤੀਤ ਕਰਦਾ ਆਪਣਾ ਪੇਟ ਭਰਦਾ ਹਾਂ। ਸੁਨ ਗੁਰ ਕਹਿਓ ਕਿਰਤ ਕਰ ਕੋਈ। ਗੁਰੂ ਸਾਹਿਬ ਕਹਿੰਦੇ ਭਾਈ ਕਿਰਤ ਕੋਈ ਵੀ ਕਰੋ, ਧਰਮ ਸਮੇਤ ਨਿਭਾਹੋ ਸੋਈ। ਪਰ ਉਸ ਕਿਰਤ ਨੂੰ ਧਰਮ ਦੇ ਸਮੇਤ, ਧਰਮ ਦੇ ਸਹਿਤ ਨਿਰਵਾਹ ਕਰਨਾ, ਨਿਭਾਉਣਾ ਹੈ। ਧਰਮ ਦੇ ਸਹਿਤ ਕਿਰਤ ਕਰਨੀ ਹੈ। ਕਪਟ ਬਹੀਨ ਜੀਵ ਕਾ ਕਰੈ। ਕੋਈ ਕਿਰਤ ਵਿੱਚ ਕਪਟ ਨਹੀਂ ਕਰਨਾ ਹੈ। ਕਪਟ ਤੋਂ ਰਹਿਤ ਹੋ ਕੇ ਆਪਣੇ ਭਾਈ ਜੀਵਕਾ ਕਰਨੀ ਹੈ। ਭਾਵ ਆਹਾਰ ਸੰਸਾਰੀ ਜ਼ਿੰਦਗੀ ਚਲਾਉਣੀ ਹੈ। ਪਰ ਕੀ ਵਸਤ ਛਪਾਏ ਨਾ ਧਰੈ। ਕਿਸੇ ਪਰਾਏ ਦੀ ਕੋਈ ਵਸਤੂ ਉਹ ਕੋਈ ਆਪਣੇ ਕੋਲੇ ਛੁਪਾ ਕੇ ਨਹੀਂ ਰੱਖਣੀ। ਤਿਸ ਮਹਿ ਬਾਟ ਪ੍ਰਭੂ ਹਿਤ ਖਾਵੈ। ਜਿਹੜੀ ਕੋਈ ਆਪਣੀ ਕਿਰਤ ਹੈ ਉਹਦੇ ਵਿੱਚੋਂ ਵੰਡ ਕੇ ਪਰਮੇਸ਼ਰ ਦੇ ਨਿਮਿਤ ਛਕੇ। ਤਿਸ ਕੋ ਔਰ ਨਿਰਮਲ ਹੋਏ ਜਾਵੇ। ਉਸ ਦਾ ਹਿਰਦਾ ਭਾਈ ਪਵਿੱਤਰ ਹੋ ਜਾਂਦਾ ਹੈ। ਬੇਨਤੀ ਯੁਕਤ ਬਹੋੜੇ ਕਹਿਓ। ਇਸ ਤਰ੍ਹਾਂ ਬੇਨਤੀ ਸਹਿਤ ਭਾਈ ਬਹੋੜੇ ਨੇ ਦੱਸਿਆ ਹੈ। ਕੰਪਤ ਲੋਚਨ ਤੇ ਜਲ ਬਹਿਓ। ਤਿਉਂ ਜਦੋਂ ਮਹਾਰਾਜ ਨੇ ਬਚਨ ਕਹੇ, ਉਹ ਅੱਖਾਂ ਜੀਆਂ ਕੰਬਦੀਆਂ ਨੇ, ਜਾਂ ਕੰਬਦਾ ਹੋਇਆ ਅੱਖਾਂ ਤੋਂ ਜਲ ਚੱਲਦਾ ਹੈ। ਹੇ ਸਤਿਗੁਰ ਮੈਂ ਮਹਾ ਅਧਰਮੀ। ਕਹਿਣ ਲੱਗਿਆ ਵੀ ਮਹਾਰਾਜ ਮੈਂ ਤੇ ਆਪਣੀ ਕਿਰਤ ਨਹੀਂ ਸਹੀ ਕਰਦਾ। ਮੈਂ ਤਾਂ ਮਹਾਰਾਜ ਜੀ ਮਹਾ ਧਰਮੀ ਹਾਂ, ਮਹਾ ਪਾਪੀ ਹਾਂ। ਪਾਪ ਕਿਰਤ ਨਿਤ ਕਰੋ ਕੁਕਰਮੀ। ਤੇ ਮਹਾਰਾਜ ਪਾਪਾਂ ਸਮੇਤ ਮੈਂ ਹਮੇਸ਼ਾ ਕਿਰਤ ਕਰਦਾ, ਕੁਕਰਮ ਕਰਦਾ ਹਾਂ। ਨਾਮ ਗਰੀਬ ਨਿਵਾਜ ਤੁਮਾਰਾ। ਕਿਉਂਕਿ ਸਤਿਗੁਰੂ ਕੋਲੇ ਕਦੇ ਵੀ ਗੁਰਮੁਖੋ ਝੂਠ ਨਹੀਂ ਬੋਲਣਾ ਚਾਹੀਦਾ। ਗੁਰੂ ਤੇ ਜਾਣਨ ਦਾ ਹੀ ਅੰਤਰਜਾਮਤਾ ਹੈ। ਝੂਠ ਬੋਲ ਕੇ ਗੁਰੂ ਨੂੰ ਕੀ ਆਪਾਂ ਕੁਝ ਛੁਪਾ ਲਵਾਂਗੇ। ਇਹ ਤੇ ਭਾਈ ਬਹੋੜੇ ਦੇ ਭਾਗ ਜਾਗੇ ਤੇ ਉਸਨੇ ਸਾਰੀ ਗੱਲ ਦੱਸਤੀ। ਮਹਾਰਾਜ ਮੇਰੀ ਕਿਰਤ ਸ਼ੁੱਧ ਨਹੀਂ, ਕੁਕਰਮ ਕਰਦਾ ਮੈਂ, ਪਾਪ ਕਰਦਾ ਹਾਂ। ਤੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਆਪਣਾ ਅੰਦਰ ਦਾ ਸਾਰਾ ਪਰਦਾ ਖੋਲ ਕੇ ਰੱਖ ਦਿੱਤਾ, ਦੱਸ ਦਿੱਤਾ। ਨਾਮ ਗਰੀਬ ਨਿਵਾਜ ਤੁਮਾਰਾ। ਇਹ ਸਤਿਗੁਰੂ ਜੀ ਤੁਹਾਡਾ ਨਾਮ ਜੋ ਗਰੀਬ ਨਿਵਾਜ ਹੈ,
ਪਤਤ ਉਧਾਰਨ ਬਿਰਦ ਉਦਾਰਾ। ਤੇ ਤੁਹਾਡਾ ਜਿਹੜਾ ਮਹਾਨ ਬਿਰਦ ਹੈ, ਪਾਪੀਆਂ ਦਾ ਧਾਰ ਕਰਨ ਵਾਲਾ, ਪਾਪੀਆਂ ਨੂੰ ਤਾਰਨ ਵਾਲਾ ਹੈ। ਜਬ ਹੈ ਬਹੋੜੇ ਸਾਚੀ ਕਹੀ, ਜਦੋਂ ਭਾਈ ਬਹੋੜੇ ਨੇ ਸੱਚੀ ਗੱਲ ਮਹਾਰਾਜ ਨੂੰ ਦੱਸ ਦਿੱਤੀ। ਅੰਤਰਜਾਮੀ ਸਭ ਔਰ ਲਹੀ, ਅੰਤਰਜਾਮੀ ਸਤਿਗੁਰੂ ਨੇ ਉਹਦੇ ਹਿਰਦੇ ਦੀ ਸਾਰੀ ਗੱਲ ਜਾਣ ਲਈ ਹੈ। ਕਿਰਪਾ ਕਰੀ ਉਪਦੇਸ਼ ਬਤਾਵਾ। ਤਾਂ ਹੁਣ ਮਹਾਰਾਜ ਨੇ ਭਾਈ ਬਹੋੜੇ ਸੁਨਿਆਰ ਪਰਿਵਾਰ ਵਿੱਚ, ਸੁਨਿਆਰ ਜਾਤੀ 'ਚ ਪੈਦਾ ਹੋਣ ਵਾਲੇ ਤੇ ਇਹ ਕਿਰਪਾ ਕੀਤੀ, ਉਪਦੇਸ਼ ਦਿੱਤਾ ਹੈ। ਕਹਾ ਕੂਰ ਮਹਿ ਤੂੰ ਲਪਟਾਵਾ। ਭਾਈ ਬਹੋੜਿਆ, ਜਿਹੜੀ ਤੂੰ ਇਹ ਪਾਪਾਂ ਸਮੇਤ ਕਿਰਤ ਕਰਦਾ ਹੈ, ਕਿਉਂਕਿ ਆਦਤ ਬਣ ਜਾਂਦੀ ਸੀ ਕਿਸੇ ਦਾ ਕੁਝ ਸੋਨਾ ਵਿੱਚੋਂ ਰੱਖ ਲੈਣਾ, ਕੋਈ ਖੋਟ ਪਾ ਕੇ ਬਣਾ ਦੇਣਾ। ਤਾਂ ਮਹਾਰਾਜ ਕਹਿਣ ਲੱਗੇ ਕਿ ਇਹ ਕੂੜ ਦੇ ਕੰਮਾਂ ਵਿੱਚ ਲਪਟ ਹੋਇਆ ਪਿਆ ਹੈ। ਕਰ ਕਰ ਅਗ ਕੋ ਸੰਚੈ ਬ੍ਰਿੰਦਾ। ਇਹ ਪਾਪ ਕਰ ਕਰਕੇ ਬਹੁਤ ਧਨ ਇਕੱਠਾ ਕਰਦਾ ਹੈ। ਅੰਤ ਕਾਲ ਜਮ ਫਾਸ ਬਿਲੰਦਾ। ਤਾਂ ਯਾਦ ਰੱਖੀ, ਅੰਤ ਦੇ ਸਮੇਂ ਵੱਡੀ ਜਾਮਾਂ ਦੀ ਫਾਸੀ ਗਲ ਪਵੇਗੀ। ਕੋਟ ਜਨਮ ਦੁੱਖ ਸਹੇ ਕਨੇਰੇ। ਤੇ ਕਰੋੜਾਂ ਜਨਮਾਂ ਵਿੱਚ ਘੁੰਮਣਾ ਪਊ, ਬਹੁਤ ਦੁੱਖ ਕਰੋੜਾਂ ਜਨਮਾਂ ਦੇ ਸਹਿਣੇ ਪੈਣਗੇ। ਕੌਣ ਸਹਾਏ ਹੋਏ ਤਿਸ ਬੇਰੈ। ਉਸ ਵੇਲੇ ਫਿਰ ਦੱਸ ਤੇਰਾ ਕੌਣ ਸਹਾਈ ਹੋਵੇਗਾ। ਅਪਰ ਤਿਆਗ ਕਰ ਜਾਵਹਿ ਭੋਰੇ। ਸਾਰਾ ਕੁਝ ਜਿੰਨਾ ਵੀ ਹੈ ਅਪਰ ਹੋਰਾਂ ਲਈ ਛੱਡ ਕਰਕੇ ਇੱਥੋਂ ਤੂੰ ਭੋਰੇ ਭਾਵ ਭੋਰ ਸਵੇਰੇ ਜਾਂ ਕਿ ਸਭ ਕੁਝ ਛੱਡ ਕੇ ਚਲਿਆ ਜਾਵੇਂਗਾ। ਕਰਹਿ ਕਰਮ ਹੋਵੈ ਸੰਗ ਤੇ ਤੋਰੇ। ਜਿਹੜੇ ਤੂੰ ਕਰਮ ਕਰਦਾ ਹੈ ਭਾਈ ਬਹੋੜੇ, ਉਹੀ ਤੇਰੇ ਨਾਲ ਹੋਣਗੇ। ਸੋ ਫਲ ਦੀਏ ਬਿਨਾ ਨ ਬਿਨਾਸਹਿ। ਤੇ ਜਿਹੜੇ ਕਰਮ ਨੇ ਨਾ, ਉਹ ਫਲ ਦਿੱਤੇ ਤੋਂ ਬਿਨਾ ਨਹੀਂ ਨਾਸ਼ ਹੋਣੇ। ਕਰਮ ਜਿਹੜਾ ਹੈ ਉਹ ਜਦੋਂ ਆਪਣਾ ਫਲ ਦੇ ਦਿੰਦਾ, ਆਪਣਾ ਨਾਸ਼ ਉਦੋਂ ਕਰਮ ਦਾ ਹੁੰਦਾ। ਦਾਣਾ ਬੀਜ ਦੀਏ, ਦੇਖੋ ਉਸ ਦਾਣੇ ਦਾ ਤਾਂ ਉਹ ਤਾਂ ਮਿੱਟੀ ਬਣ ਜਾਂਦਾ, ਪਰ ਉਹ ਕਈ ਗੁਣਾ ਫਲ ਹੋਰ ਦਿੰਦਾ ਹੈ। ਇਸੇ ਤਰ੍ਹਾਂ ਚੰਗਾ ਹੈ ਮੰਦਾ ਹੈ, ਕੋਈ ਵੀ ਕਰਮ ਹੈ, ਉਹ ਕਈ ਗੁਣਾ ਫਲ ਦੇ ਕੇ ਉਹਦਾ ਨਾਸ਼ ਹੁੰਦਾ ਹੈ। ਇਹ ਮਹਾਰਾਜ ਕਹਿਣ ਲੱਗੇ ਜਿਹੜੇ ਕਰਮ ਨੇ ਫਲ ਦਿੱਤੇ ਬਿਨਾ ਨਹੀਂ ਨਾਸ਼ ਹੋਣਗੇ। ਕਰੋ ਕੁਕਰਮ ਤੋਹੇ ਕੋ ਗ੍ਰਾਸੈ ਹੈ। ਇਹ ਯਾਦ ਰੱਖ, ਜਿਹੜੇ ਕੁਕਰਮ ਕਰਦਾ ਹੈ ਇਹ ਤੈਨੂੰ ਹੀ ਗ੍ਰਸਣਗੇ। ਰਹਿ ਇਕਾਕੀ ਸੰਕਟ ਪਾਵੈ ਹੈ। ਕੱਲਾ ਰਹਿ ਜਾਏਗਾ, ਕੋਈ ਤੇਰਾ ਸਾਥੀ ਨਹੀਂ ਬਣਨਾ ਉੱਥੇ। ਇਹ ਯਾਦ ਰੱਖੀ, ਸੰਕਟ ਪਾਵੈ, ਵੱਡੇ ਦੁੱਖ ਪਾਵੇਂਗਾ। ਪਛਤਾਵੈ ਸਿਰ ਧੁਨ ਬਿਲ ਲਾਵੈ। ਫਿਰ ਪਛਤਾਏਗਾ, ਸਮਾਂ ਸੀ ਚੰਗੇ ਕਰਮ ਨਹੀਂ ਕੀਤੇ। ਆ ਜਿਨ੍ਹਾਂ ਵਾਸਤੇ ਪਾਪ ਕਰਦਾ ਰਿਹਾ, ਉਹਨਾਂ ਨੇ ਬਾਤ ਨਹੀਂ ਪੁੱਛੀ। ਇਉਂ ਸਿਰਜਾ ਧੁਨੇਗਾ, ਸਿਰਜਾ ਮਾਰੇਗਾ, ਬਿਰਲਾਪ ਕਰੇਗਾ। ਜਾਂ ਤੇ ਸਤ ਨਾਮ ਕਰਤਾਰ। ਇਸ ਕਰਕੇ ਜੋ ਕਰਤਾ ਪੁਰਖ ਕਰਤਾਰ ਪਰਮੇਸ਼ਰ ਹੈ, ਉਸ ਦਾ ਜੋ ਸੱਚਾ ਨਾਮ ਹੈ, ਸਿਮਰਹੁ ਨਿਸ ਦਿਨ ਹੋਏ ਉਧਾਰ। ਰਾਤ ਦਿਨ ਹਰ ਸਮੇਂ ਉਹ ਨਾਮ ਨੂੰ ਸਿਮਰਿਆ ਕਰ, ਤੇਰਾ ਭਾਈ ਉਧਾਰ ਹੋਵੇਗਾ। ਸਤ ਸੰਗਤ ਮਹਿ ਬੈਸ ਗੁਜ਼ਾਰੂ। ਭਾਈ ਬਹੋੜੇ ਸਤਸੰਗ ਕਰਿਆ ਕਰ। ਸਤਸੰਗ ਦੇ ਵਿੱਚ ਆਪਣੀ ਬੈਸ ਕਹੀਏ ਉਮਰ, ਆਪਣੀ ਜ਼ਿੰਦਗੀ ਸਤਸੰਗ ਵਿੱਚ ਬਤੀਤ ਕਰ। ਧਰਮ ਜੀਵ ਕਾ ਮਹਿ ਚਿਤ ਧਾਰੂ। ਤੇ ਧਰਮ ਦੀ ਕਿਰਤ ਕਰਿਆ ਕਰ। ਧਰਮ ਦੀ ਕਿਰਤ ਕਰਦਿਆਂ ਜਿਹੜੀ ਧਰਮ ਜੀਵਕਾ ਹੈ, ਸੱਚੀ ਕਮਾਈ ਹੈ, ਉਹਦੇ ਵਿੱਚ ਆਪਣਾ ਚਿੱਤ ਲਾ।
ਸੁਨ ਸਤਿਗੁਰ ਕੇ ਬਾਕ ਰਸੀਲੇ। ਸਤਿਗੁਰੂ ਦੇ ਰਸਦਾਇਕ ਇਹ ਬਚਨ ਸੁਣ ਕਰ ਬਰਿੰਦ ਬਿਕਾਰਨ ਪਰਮ ਕਟੀਲੇ। ਤਾਂ ਭਾਈ ਜਿਹੜੇ ਬੇਅੰਤ ਵੱਡੇ ਵੱਡੇ ਵਿਕਾਰ ਨੇ ਉਹ ਇਸ ਦੇ ਕੱਟੇ ਗਏ। ਗਦ ਗਦ ਭਾ ਮਨ ਆਨੰਦ ਵਧਾਵਾ। ਇਹ ਅੰਦਰੋਂ ਗਦ ਗਦ ਹੋ ਗਿਆ, ਬੜੋਤ ਅੰਦਰ ਪ੍ਰਸੰਨਤਾ ਹੋਈ ਤੇ ਮਨ ਵਿੱਚ ਆਨੰਦ ਵਧਿਆ ਹੈ। ਪ੍ਰਥਮ ਕੋ ਕਰਮ ਕੋ ਪਛਤਾਵਾ। ਤਾਂ ਫਿਰ ਜਿਹੜੇ ਪਹਿਲੇ ਕੁਕਰਮ ਪਾਪ ਠੱਗੀਆਂ ਕੀਤੀਆਂ ਉਹਦੇ ਤੇ ਪਛਤਾਵਾ ਹੋਇਆ। ਲੱਗਿਓ ਸੇਵ ਕਰ ਬੇ ਸਤਿਗੁਰ ਕੀ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰ ਘਰ ਦੀ ਸੇਵਾ ਕਰਨ ਲੱਗਿਆ। ਵਧਿਓ ਪ੍ਰੇਮ ਸ਼ਰਧਾ ਔਰ ਧਾਰੇ ਔਰ ਕੀ। ਬਹੁਤ ਅੰਦਰ ਪ੍ਰੇਮ ਵਧਿਆ, ਹਿਰਦੇ ਦੀ ਸ਼ਰਧਾ ਧਾਰ ਕੇ ਸੇਵਾ ਕਰਦਾ ਹੈ। ਇਤਕ ਦਿਵਸ ਮਹਿ ਤਿਸ ਕੋ ਹੇਰਾ। ਇਉਂ ਭਾਈ ਕਿ ਕੁਝ ਕੁ ਦਿਨ ਬਾਅਦ ਫਿਰ ਇਸ ਨੂੰ ਵੇਖਿਆ ਮਹਾਰਾਜ ਨੇ। ਕਰਿਓ ਨਿਕੰਦਨ ਮੋਹਿ ਬਡੇਰਾ। ਜਿਹੜਾ ਵੱਡਾ ਮੋਹ ਸੀ ਮਹਾਰਾਜ ਨੇ ਵੇਖ ਲਿਆ ਕਿ ਇਹਨੇ ਹੁਣ ਕੱਟ ਦਿੱਤਾ ਹੈ। ਸੰਸਾਰੀ ਮੋਹ ਜਿਹੜਾ ਪਿਆ ਹੋਇਆ ਸੀ ਉਹ ਦੂਰ ਹੋ ਗਿਆ ਹੈ। ਕਿਰਪਾ ਦ੍ਰਿਸ਼ਟ ਕਰ ਬਖਸ਼ੋ ਨਾਮ। ਜਦੋਂ ਗੁਰਮੁਖੋ ਸੇਵਾ ਕਰਕੇ ਹਿਰਦਾ ਪਵਿੱਤਰ ਹੋਇਆ ਫਿਰ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਕਰਕੇ ਇਹਨੂੰ ਨਾਮ ਦੀ ਦਾਤ ਬਖਸ਼ ਦਿੱਤੀ। ਜਿਸ ਤੇ ਭਏ ਸੰਪੂਰਨ ਕਾਮ। ਜਿਹਦੇ ਨਾਲ ਇਹਦੇ ਸਾਰੇ ਕਾਰਜ ਹੀ ਪੂਰੇ ਹੋ ਗਏ। ਸਤਿਗੁਰ ਸ਼ਬਦ ਪ੍ਰੇਮ ਮਹਿ ਪਾਗਾ। ਸਤਿਗੁਰੂ ਦੇ ਸ਼ਬਦ ਵਿੱਚ ਪ੍ਰੇਮ ਪਾਗਾ ਕਈ ਰੰਗਿਆ ਗਿਆ। ਜਨਮ ਜਨਮ ਕੋ ਸੋਇਓ ਜਾਗਾ। ਤੇ ਜਨਮਾਂ ਜਨਮਾਂ ਦਾ ਮੋਹ ਮਮਤਾ ਦੀ ਨੀਂਦ ਵਿੱਚ ਸੁੱਤਾ ਪਿਆ ਸੀ, ਉਹ ਜਾਗ ਗਿਆ ਹੈ। ਭਇਓ ਬਹੋੜਾ ਬਹੁਤ ਨਿਹਾਲ। ਭਾਈ ਬਹੋੜਾ ਬਹੁਤ ਬੇਅੰਤ ਨਿਹਾਲ ਹੋ ਗਿਆ। ਨਿਕਟ ਬੁਲਾਇਓ ਗੁਰੂ ਕਿਰਪਾਲ। ਕਿਰਪਾਲੂ ਸਤਿਗੁਰੂ ਨੇ ਫਿਰ ਇਹਨੂੰ ਆਪਣੇ ਕੋਲ ਸੱਦਿਆ। ਕਹਿਓ ਅਬੈ ਤੂੰ ਗ੍ਰਹਿ ਕੋ ਜਾਵੋ। ਤੇ ਕਿਹਾ ਭਾਈ ਬਹੋੜੇ ਹੁਣ ਭਾਈ ਤੂੰ ਆਪਣੇ ਘਰ ਨੂੰ ਚਲਿਆ ਜਾ। ਔਰ ਆਨੰਦ ਕਰ ਹਰ ਗੁਣ ਗਾਵੋ। ਹੁਣ ਤੂੰ ਆਪਣੇ ਹਿਰਦੇ ਵਿੱਚ ਆਨੰਦ ਧਾਰ ਕੇ ਪਰਮੇਸ਼ਰ ਦੇ ਗੁਣ ਗਾਇਆ ਕਰ। ਕਰੀ ਬਹੋੜੇ ਤਬ ਅਰਦਾਸ। ਭਾਈ ਬਹੋੜਾ ਜੀ ਨੇ ਫਿਰ ਗੁਰੂ ਸਾਹਿਬ ਕੋਲ ਬੇਨਤੀ ਕੀਤੀ। ਸ੍ਰੀ ਸਤਿਗੁਰ ਮੈਂ ਰਾਵ ਅਰਦਾਸ। ਕਿ ਹੇ ਸਤਿਗੁਰੂ ਜੀ ਹੁਣ ਮੈਂ ਤੁਹਾਡਾ ਸੇਵਕ ਹਾਂ। ਕੌਣ ਜੀਵਕਾ ਕੋ ਮੈਂ ਕਰੂੰ। ਤਾਂ ਫਿਰ ਦੱਸੋ ਮਹਾਰਾਜ ਕਿਹੜੀ ਜਿਹੜੀ ਜੀਵਕਾ ਉਪਜੀਵਕਾ ਕਿਰਤ ਮੈਂ ਜੀਵਕਾ ਵਾਸਤੇ ਕਰਾਂ। ਜਿਸ ਤੇ ਭਵ ਜਲ ਦੋਸਤਰ ਤਰੋਂ। ਜਿਹਦੇ ਤੋਂ ਇਹ ਦੁਸਤਰ ਕਠਨ ਭੌਜਲ ਹੈ ਜੋ ਨਾ ਤਰਿਆ ਜਾਣ ਵਾਲਾ, ਇਹਨੂੰ ਵੀ ਮਹਾਰਾਜ ਤਰ ਜਾਵਾਂ। ਜਿਸ ਮਹਿ ਦੋਸ਼ ਨ ਲਾਗੈ ਕੋਈ। ਜਿਸ ਬਿਰ ਕਿਰਤ ਵਿੱਚ ਮਹਾਰਾਜ ਕੋਈ ਦੋਸ਼ ਵੀ ਨਾ ਲੱਗੇ। ਅਬ ਰਾਵਰ ਆਗਿਆ ਦੇਹੁ ਸੋਈ। ਹੁਣ ਮਹਾਰਾਜ ਤੁਸੀਂ ਆਪ ਮੈਨੂੰ ਆਗਿਆ ਦੇਵੋ। ਸੁਣ ਸ੍ਰੀ ਸਤਿਗੁਰ ਗਿਰਾ ਉਚਾਰੀ। ਸੁਣ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫਿਰ ਇਹਨੂੰ ਬਚਨ ਕਹੇ। ਤਿਆਗੋ ਜੋ ਕ੍ਰਿਤ ਦੁਖਕਾਰੀ। ਮਹਾਰਾਜ ਕਹਿੰਦੇ ਜਿਹੜੀ ਕਿਰਤ ਦੁੱਖ ਵਾਦਾਇਕ ਹੈ ਉਹ ਭਾਈ ਜੋ ਵੀ ਕ੍ਰਿਤ ਹੈ ਭਾਵ ਇੱਕ ਸੁਕ੍ਰਿਤ ਹੈ, ਇੱਕ ਗੁਰਮੁਖੋ ਮੋਹ ਮਾਇਆ ਰੂਪ ਵਿੱਚ ਕ੍ਰਿਤ ਹੈ। ਜਿਹੜੀ ਦੁਖਦਾਇਕ ਕਿਰਤ ਹੈ ਉਹ ਤੁਸੀਂ ਛੱਡ ਦੇਣੀ ਹੈ। ਪਾਪ ਦੀ ਕਿਰਤ ਛੱਡ ਦਿਓ, ਜਿਹੜੀ ਧਰਮ ਕਿਰਤ ਹੈ ਉਹ ਕਰਨੀ ਹੈ।
ਸਾਹਿਬ ਜੀ ਕਹਿੰਦੇ ਤਿਆਗੋ ਜੋ ਕ੍ਰਿਤ ਦੁਖਕਾਰੀ। ਜਿਹੜੀ ਦੁਖਦਾਇਕ ਕ੍ਰਿਤ ਹੈ ਭਾਈ ਬਹੂੜੇ, ਉਹਨੂੰ ਭਾਈ ਛੱਡ ਦੇ। ਗੁਰ ਹਿਤ ਗ੍ਰਹਿ ਮਹਿ ਲੰਗਰ ਲਾਵੋ। ਗੁਰੂ ਦੇ ਨਿਮਿਤ ਘਰ ਦੇ ਵਿੱਚ ਲੰਗਰ ਚਲਾਉਣਾ ਹੈ। ਆਏ ਛੁਧਾ ਤਰ ਭੋਜਨ ਖਵਾਵੋ। ਆਏ ਭੁੱਖੇ ਨੂੰ, ਰਾਹੀ ਪਾਂਧੀ ਨੂੰ ਤੈਂ ਭੋਜਨ ਛਕਾਉਣਾ ਹੈ। ਗੁਰ ਸਿੱਖੀ ਕਉ ਸਦਾ ਕਮਾਵਹੁ। ਤੇ ਸਦਾ ਗੁਰ ਸਿੱਖੀ ਕਮਾਉਣੀ ਹੈ। ਧਨ ਤੇ ਹੰਤਾ ਬੁੱਧ ਉਠਾਵਹੁ। ਤੇ ਆ ਸਰੀਰ ਦੀ ਹੰਤਾ ਬੁੱਧੀ ਵਿੱਚੋਂ ਦੂਰ ਕਰ ਦੇ। ਸੁਖ ਦੁੱਖ ਮਹਿ ਮਾਨੋ ਪ੍ਰਭ ਭਾਣਾ। ਫਿਰ ਸੁੱਖ ਹੈ ਦੁੱਖ ਹੈ। ਸੁੱਖ ਵਿੱਚ ਰੱਬ ਭੁੱਲਣਾ ਨਹੀਂ, ਦੁੱਖ ਵਿੱਚ ਜਿਹੜਾ ਹੈ ਉਹ ਰੱਬ ਤੇ ਦੋਸ਼ ਨਹੀਂ ਦੇਣੇ। ਸੁੱਖ ਦੁੱਖ ਦੇ ਵਿੱਚ ਪਰਮੇਸ਼ਰ ਦੇ ਭਾਣੇ ਨੂੰ ਮੰਨਣਾ ਹੈ। ਰਹੋ ਹਰਖ ਜੁਤ ਸਦਾ ਨਿਮਾਣਾ। ਇਸ ਕਰਕੇ ਆਨੰਦ ਖੁਸ਼ੀ ਦੇ ਸਮੇਤ ਸਦਾ ਨਿਰਮਾਣਤਾ ਵਿੱਚ ਨੀਵੇਂ ਹੋ ਕੇ ਰਹਿਣਾ ਹੈ। ਸੁਨ ਸਤ ਗੁਰ ਕੀ ਸੀਖ ਸੁਖਾਰੀ। ਇਹ ਸੁਖਦਾਇਕ ਸਿੱਖਿਆ ਗੁਰੂ ਪਾਤਸ਼ਾਹ ਜੀ ਦੀ ਸੁਣ ਕਰਕੇ ਗ੍ਰਹਿ ਗਮਨਿਓ ਕੀਨ ਸਿਉਰ ਧਾਰੀ। ਆਪਣੇ ਹਿਰਦੇ ਵਿੱਚ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਕੇ ਫਿਰ ਇਹ ਆਪਣੇ ਘਰ ਨੂੰ ਚਲਿਆ ਗਿਆ। ਦੇਗ ਲਗਾਏ ਗੁਰੂ ਹਿਤ ਖਵਾਵੈ। ਘਰ ਵਿੱਚ ਇਹਨੇ ਲੰਗਰ ਲਾਇਆ, ਗੁਰੂ ਦੇ ਨਿਮਿਤ ਛਕਾਉਂਦਾ ਹੈ। ਨਿਜ ਕੋ ਗੁਰ ਕੋ ਦਾਸ ਜਨਾਵੈ। ਤੇ ਆਪਣੇ ਆਪ ਨੂੰ ਗੁਰੂ ਸਾਹਿਬ ਦਾ ਸੇਵਕ ਜਣਾਉਂਦਾ ਹੈ। ਸਦਾ ਆਨੰਦ ਬਿਲੰਦ ਨਿਮਗਨ। ਸਦਾ ਹੀ ਆਨੰਦ, ਬੇਅੰਤ ਵੱਡੇ ਆਨੰਦ ਵਿੱਚ ਮਗਨ ਰਹਿੰਦਾ ਹੈ। ਭਾਵ ਹਮੇਸ਼ਾ ਸੁਰਤ ਕਰਕੇ ਮਸਤ ਰਹਿੰਦਾ ਹੈ। ਗੁਰ ਚਰਨਨ ਕੀ ਲਾਗੀ ਲਗਨ। ਇਹਨੂੰ ਗੁਰੂ ਸਾਹਿਬ ਦੇ ਚਰਨਾਂ ਦੀ ਲਗਨ ਲੱਗ ਗਈ ਹੈ। ਦੋਹਰਾ ਸ੍ਰੀ ਅਰਜਨ ਇਸ ਭਾਂਤ ਸਿੱਖ ਕਰੇ ਦਇਓ ਉਪਦੇਸ਼। ਇਸ ਤਰ੍ਹਾਂ ਭਾਈ ਗੁਰੂ ਪਾਤਸ਼ਾਹ ਮਹਾਰਾਜ ਨੇ ਬੇਅੰਤਾਂ ਨੂੰ ਆਪਣੇ ਸਿੱਖ ਬਣਾ ਕਰਕੇ ਉਪਦੇਸ਼ ਦਿੱਤਾ ਹੈ। ਸਿਮਰਤ ਹੈ ਸਤਨਾਮ ਕੋ ਮੇਟਤ ਸਕਲ ਕਲੇਸ਼। ਜਿਹੜੇ ਫਿਰ ਗੁਰਮੁਖ ਗੁਰਸਿੱਖ ਪਰਮੇਸ਼ਰ ਦੇ ਨਾਮ ਨੂੰ ਸਿਮਰ ਕਰਕੇ ਸਾਰੇ ਜਿੰਨੇ ਕਲੇਸ਼ ਹਨ, ਜੰਮਣ ਮਰਨ ਇਤਿਆਦਿਕ ਤੋਂ ਲੈ ਕੇ ਸਾਰੇ ਦੁੱਖਾਂ ਨੂੰ ਮੇਟ ਲੈਂਦੇ। ਚੌਪਈ ਸੁਨ ਸੁਨ ਸ੍ਰੀ ਅਰਜਨ ਕੀ ਕੀਰਤ। ਅੱਗੇ ਹੋਰ ਸੁਣ ਸੁਣ ਕੇ ਗੁਰੂ ਅਰਜਨ ਦੇਵ ਮਹਾਰਾਜ ਦੀ ਮਹਿਮਾ। ਨਿਤ ਪ੍ਰਤ ਹੋਏ ਅਧਿਕ ਬਿਸਤੀਰਤ। ਜੋ ਨਿਤਾ ਪ੍ਰਤੀ ਬਹੁਤ ਮਹਾਰਾਜ ਦੇ ਜਸ ਦਾ ਫਲਾਹ ਹੋ ਰਿਹਾ ਹੈ। ਪ੍ਰਿਥਮਨ ਸਤਿਗੁਰ ਕੇ ਜੋ ਆਗੇ। ਜਿਹੜੇ ਭਾਈ ਪ੍ਰਿਥਮਨ ਭਾਵ ਜਿਹੜੇ ਪਹਿਲੇ ਸਤਿਗੁਰਾਂ ਦੇ ਅੱਗੇ ਭਏ ਜੋ ਸਿੱਖ ਮਹਾ ਵੱਡ ਭਾਗੇ। ਜਿਹੜੇ ਕੋਈ ਹੋਰ ਸਿੱਖ ਹੋਏ ਬਹੁਤ ਵੱਡੇ ਭਾਗਾਂ ਵਾਲੇ। ਸ੍ਰੀ ਅੰਮ੍ਰਿਤਸਰ ਕੀ ਸੁਨਕਾਰ। ਸ੍ਰੀ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਚੱਲ ਰਹੀ ਹੈ ਸੁਣ ਕਰਕੇ। ਜਿਹ ਸੇਵਹਿ ਫਲ ਪਾਹੇ ਉਦਾਰ। ਸੁਣਦੇ ਨੇ ਕਿ ਜਿਸ ਸੇਵਾ ਕਰਨ ਦੇ ਨਾਲ ਮਹਾਨ ਫਲ ਦੀ ਪ੍ਰਾਪਤੀ ਹੁੰਦੀ ਹੈ। ਸੋ ਸਭ ਆਵਤ ਘਰ ਕੋ ਤਿਆਗੇ। ਉਹ ਵੀ ਆਪਣੇ ਘਰ ਛੱਡ ਕਰਕੇ ਸਤਿਗੁਰੂ ਕੋਲ ਆਉਣ ਲੱਗੇ। ਖਨ ਹੈ ਮ੍ਰਿਤ ਕਾ ਸੇਵਾ ਲਾਗੇ। ਮਿੱਟੀ ਸਰੋਵਰ ਵਿੱਚੋਂ ਪੁੱਟਦੇ ਇਸ ਤਰ੍ਹਾਂ ਸੇਵਾ ਕਰਨ ਲੱਗੇ ਹਨ। ਕੇਤਕ ਕਰੈ ਪਚਾਵਨ ਕਾਰ। ਕੋਈ ਭਾਈ ਹੁਣ ਪਚਾਵਨ ਭਾਵ ਇੱਟਾਂ ਜਿਹੜਾ ਹੈ ਭੱਠਿਆਂ ਦੀ ਉਹ ਕਾਰ ਕਰਨ ਲੱਗ ਪਏ। ਮਾਟੀ ਚੀਕੜ ਲੇਹ ਸੁਧਾਰ।
ਜਿੱਥੇ ਚਿੱਕੜ ਹੈ ਉਹ ਮਿੱਟੀ ਇਸ ਤਰ੍ਹਾਂ ਉਹਨੂੰ ਚੰਗੀ ਤਰ੍ਹਾਂ ਸੁਧਾਰਦੇ ਹਨ। ਸਾਂਚੇ ਮਾਹੇ ਈਟ ਘਾ ਢਾਰੈ, ਤੇ ਸਾਂਚਿਆਂ ਵਿੱਚ ਪਾ ਕੇ ਇੱਟਾਂ ਬਣਾਉਂਦੇ ਨੇ। ਸੁਸਕ ਕਰਨ ਕੋ ਇਤਿ ਉਤ ਧਾਰੈ, ਤੇ ਉਹਨਾਂ ਨੂੰ ਸੁੱਕੀਆਂ ਕਰਨ ਦੇ ਵਾਸਤੇ ਫਿਰ ਇੱਧਰ ਉੱਧਰ ਰੱਖਦੇ ਹਨ। ਕੇਤਕ ਸਿਰ ਧਰ ਢੋਵਨ ਕਰਹੀ, ਕੋਈ ਭਾਈ ਸਿਰ ਦੇ ਉੱਤੇ ਢੋਂਦਾ ਹੈ। ਜਹਾਂ ਪਜਾਵੇ ਤਹਿਲੇ ਧਰਹੀ, ਤੇ ਜਿੱਥੇ ਪਜਾਵੇ ਪੱਠੇ ਲੱਗੇ ਆ। ਉਹਨਾਂ ਸਮਿਆਂ 'ਚ ਹੁਣ ਵਾਂਗੂ ਨਹੀਂ ਸੀ ਕਿ ਹੁਣ ਤਾਂ ਲੱਖਾਂ ਇੱਟ ਇਕੱਠੀ ਪਕਾ ਲੈਂਦੇ ਆ। ਉਦੋਂ ਤਾਂ ਛੋਟੇ ਛੋਟੇ ਪੱਠੇ ਹੁੰਦੇ ਸੀ, ਜਗ੍ਹਾ ਜਗ੍ਹਾ ਲਾਉਂਦੇ ਸਿੱਖਾਂ ਨੇ, ਉੱਥੇ ਉਹਨਾਂ ਨੂੰ ਬਣਾਈ ਜਾਣਾ ਇੱਟਾਂ ਨੂੰ। ਤੇ ਜਿੱਥੇ ਜਿੱਥੇ ਭਾਈ ਪਜਾਵੇ ਲੱਗੇ ਆ ਜਾ ਕੇ ਧਰਦੇ ਹਨ। ਕੇਤਕ ਗਹਿ ਕਰ ਨਿਜ ਮਤ ਸੰਗ, ਕੋਈ ਭਾਈ ਚੁੱਕ ਕਰਕੇ ਆਪਣੀ ਮੱਤ ਦੇ ਸਹਿਤ। ਚਿਨਹਿ ਸੋਈ ਧਨ ਕਰੈ ਉਤੰਗ, ਉਹ ਚਿਣਦੇ ਹਨ ਇਸ ਤਰ੍ਹਾਂ, ਭਾਵ ਬੜਾ ਉਤੰਗ ਕਰੈ ਉਤੰਗ, ਉੱਚੀਆਂ ਚਿਣਾਈ ਕਰੀ ਜਾਂਦੇ ਨੇ। ਕੇਤਕ ਕੂੜਾ ਕਰਹਿ ਸਕੇਲਨ, ਤੇ ਕੋਈ ਹੁਣ ਅੱਗ ਬਣਾਉਣ ਦੇ ਵਾਸਤੇ ਕੂੜਾ ਜਿੰਨਾ ਉਹ ਇਕੱਠਾ ਕਰਦੇ। ਈਂਟ ਪਕਾਵਨ ਹਿਤ ਕਰ ਮੇਲਨ, ਜੋ ਪ੍ਰੇਮ ਧਾਰ ਕਰਕੇ ਕਿ ਇੱਟਾਂ ਨੂੰ ਪਕਾਉਣ ਦੇ ਵਾਸਤੇ। ਕੋ ਭੋਜਨ ਨਿਜ ਘਰ ਤੇ ਖਾਏ, ਕਈ ਤੇ ਇੰਨੇ ਪ੍ਰੇਮੀ ਆਉਂਦੇ ਕਿ ਆਪਣੇ ਘਰੋਂ ਪ੍ਰਸ਼ਾਦਾ ਛਕ ਕੇ ਆਉਂਦੇ ਹਨ। ਸਭ ਦਿਨ ਗੁਰ ਕੀ ਸੇਵ ਕਮਾਏ, ਸਾਰਾ ਦਿਨ ਗੁਰੂ ਸਾਹਿਬ ਦੇ ਦਰ ਘਰ ਦੀ ਸੇਵਾ ਕਰਦੇ ਨੇ। ਕੇਤਕ ਦਰਬ ਅਰਪ ਹੈ ਆਏ, ਕੋਈ ਆ ਕੇ ਮਹਾਰਾਜ ਦੇ ਦਰ ਤੇ ਧਨ ਅਰਪਣ ਕਰਦਾ ਹੈ। ਬ੍ਰਿੰਦ ਮਿਹਨਤੀ ਦੇਤ ਲਗਾਏ, ਕੋਈ ਬਹੁਤੇ ਮਜ਼ਦੂਰ ਆਪਣੇ ਵੱਲੋਂ ਲਾ ਦਿੰਦਾ ਹੈ ਕਿ ਮੈਂ ਇੰਨੇ ਮਜ਼ਦੂਰ ਲਾਏ, ਉਹਨਾਂ ਨੂੰ ਜਿਹੜਾ ਹੈ ਦਿਹਾੜੀ ਦੇ ਦੇਣੀ। ਤੇ ਅਲੱਗ-ਅਲੱਗ ਤਰ੍ਹਾਂ ਦਾ, ਕੋਈ ਮਹਾਰਾਜ ਨੂੰ ਧਨ ਦਿੰਦਾ, ਕੋਈ ਆਪ ਸੇਵਾ ਕਰਦਾ। ਸਾਰਿਆਂ ਦੀ ਆਪਦੀ ਭਾਵਨਾ ਹੈ। ਕੇਤਕ ਦੇਗ ਆਹਾਰ ਕਰਨ ਤੇ, ਕਿੰਨੇ ਉਹ ਨੇ ਭਾਈ ਜੋ ਲੰਗਰ ਵਿੱਚ ਪ੍ਰਸ਼ਾਦਾ ਛਕਦੇ ਹਨ। ਸਰ ਕੀ ਸੇਵਾ ਲੱਗੇ ਰਹੰਤੇ, ਤੇ ਹਮੇਸ਼ਾ ਸਰੋਵਰ ਦੀ ਸੇਵਾ ਵਿੱਚ ਲੱਗੇ ਰਹਿੰਦੇ ਨੇ। ਕੇਤਕ ਅਜਮਤ ਕੀ ਜੁਤ ਭਾਰੀ, ਤੇ ਕਈਆਂ ਦੇ ਵਿੱਚ ਸੇਵਾ ਕਰਦਿਆਂ ਐਡੀ ਕਰਾਮਾਤ ਆ ਗਈ ਕਿ ਬਹੁਤ ਵੱਡੀ ਕਰਾਮਾਤ ਦੇ ਸਹਿਤ। ਜਾਏ ਨਿਸਾ ਨਿਜ ਸਦਨ ਮਝਾਰੀ, ਐਡੀ ਅੰਤਰਜਾਮਤਾ ਤੇ ਪਹੁੰਚ ਹੋ ਗਈ ਸੇਵਾ ਕਰਨੀ। ਤੇ ਉਹ ਅੰਤਰ ਜਿਹੜਾ ਹੈ ਉਸ ਕਰਾਮਾਤ ਸਹਿਤ ਫਿਰ ਆਪਣੇ ਸ਼ਾਮ ਨੂੰ ਰਾਤ ਪੈਂਦੀ ਘਰ ਚਲੇ ਜਾਣਾ, ਦੂਰ ਹੁੰਦਿਆਂ ਵੀ। ਇਹ ਵੀ ਗੁਰਮੁਖੋ ਇੱਕ ਬਹੁਤ ਵੱਡੀ ਕਰਾਮਾਤ ਤਾਕਤ ਹੈ। ਇਹ ਹੁਣ ਪ੍ਰਾਤਨ ਸਮੇਂ ਤਾਂ ਆਪਾਂ ਐਸੀਆਂ ਸੁਣਦੇ ਹਾਂ, ਵਰਤਮਾਨ ਸਮੇਂ ਵਿੱਚ ਵੀ। ਗਿਆਨੀ ਸੰਤ ਸਿੰਘ ਜੀ ਮਸਕੀਨ, ਉਹਨਾਂ ਨੇ ਇੱਕ ਦਿਨ ਕਥਾ ਵਿੱਚ ਦੱਸਿਆ ਸੀ, ਕਹਿੰਦੇ ਵੀ ਅਸੀਂ ਜਾਣਾ ਸੀ ਦੂਰ ਕਥਾ ਕਰਨ, ਕਿਤੇ ਇੱਕ ਜਗ੍ਹਾ ਕਥਾ ਕੀਤੀ, ਉੱਥੋਂ ਹੋਰ ਜਗ੍ਹਾ ਜਾਣਾ ਸੀ। ਹੁਣ ਉਹਨਾਂ ਸਮਿਆਂ ਵਿੱਚ ਆਉਣ ਜਾਣ ਦਾ ਸਾਧਨ ਹੈ ਨਹੀਂ ਸੀ, ਮਰੂਤੀ ਕਾਰ ਸੀ ਕਹਿੰਦੇ ਕੋਈ ਲਿਆਇਆ, ਪਹਿਲਾਂ ਜਦੋਂ ਚੱਲੀਆਂ ਹੀ ਐ। ਤੇ ਉਹ ਪ੍ਰੇਮੀ ਕਹਿੰਦਾ ਜੀ ਵੀ ਤੁਸੀਂ ਕਾਰ ਵਿੱਚ ਚੱਲ ਵੜੋ ਸਾਡੇ ਨਾਲ, ਜੇ ਤੁਹਾਨੂੰ ਲੈ ਕੇ ਜਾਂਦੇ। ਕਹਿੰਦੇ ਅਸੀਂ ਸੀਗੇ ਬੰਦੇ ਵੱਧ, 6-7 ਜਾਣੇ ਸੀ। ਚਲੋ ਔਖੇ ਸਖਾਲੇ ਉਹਦੇ ਚ ਬਹਿ ਗਏ। ਤੇ ਇੱਕ ਉਹ ਕਹਿੰਦੇ ਫਕੀਰ ਜਿਹਾ ਆ ਗਿਆ, ਉਹ ਕਹਿੰਦਾ ਜੀ ਮੈਨੂੰ ਵੀ ਨਾਲ ਲੈ ਕੇ ਚੱਲੋ। ਕਹਿੰਦੇ ਅਸੀਂ ਕਿਹਾ ਵੀ ਹੁਣ ਤਾਂ ਇਹਦੇ ਵਿੱਚ ਤਾਂ ਜਗ੍ਹਾ ਹੀ ਹੈ ਨਹੀਂ, ਅਸੀਂ ਤਾਂ ਪਹਿਲਾਂ ਹੀ ਬੰਦੇ ਵੱਧ ਬੈਠੇ ਆ, ਵੀ ਮੁਸ਼ਕਿਲ ਹੈ, ਜਾਣਾ ਵੀ ਹੈ ਟਾਈਮ ਸਿਰ, ਛੇਤੀ ਜਾਣਾ ਹੈ, ਟਾਈਮ ਵੀ ਕਿਉਂਕਿ ਬੜਾ ਖਿੱਚਵਾਂ ਤੇਜ਼ੀ ਨਾਲ ਜਾਣਾ ਹੈ। ਕੋਈ ਨਹੀਂ ਕਿਤੇ ਫੇਰ ਸਹੀ, ਤੁਸੀਂ ਹੁਣ ਰਹਿਣ ਦਿਓ। ਚਲੋ ਗਏ, ਦੱਸਦੇ ਵੀ 100-150 ਕਿਲੋਮੀਟਰ ਜਾਣਾ ਹੈ। ਤੇ ਜਦੋਂ
ਕਹਿੰਦੇ ਅਸੀਂ ਉੱਥੇ ਗਏ, ਉਹ ਸਾਡੇ ਤੋਂ ਪਹਿਲਾਂ ਫਿਰੇ ਉੱਥੇ। ਇਹ ਹੈਰਾਨ ਹੋਏ, ਕੋਈ ਬੱਸ ਨਹੀਂ ਆਉਂਦੀ, ਕੋਈ ਹੋਰ ਲਾਰੀਆਂ ਨਹੀਂ, ਗੱਡੀਆਂ ਕੋਈ ਆਮ ਨਹੀਂ ਹੈ ਵੀ ਕਿਤੋਂ ਮਿਲ ਗਈ, ਅਸੀਂ ਆ ਗਏ ਪ੍ਰੇਮੀ ਲੈਣ ਵਾਸਤੇ, ਤੇ ਇਹ ਸਾਡੇ ਤੋਂ ਪਹਿਲਾਂ। ਇਹ ਅਸੀਂ ਕਿਹਾ ਤੁਸੀਂ ਕਿ ਮਾਝੀ ਆ ਗਏ, ਫਿਰ ਅਸੀਂ ਵੀ ਕਹਿੰਦੇ ਕਿ ਇਹੋ ਜਿਹੇ ਕਾਰਨ ਕੀ ਹੈ। ਇਹ ਗੁਰਮੁਖੋ ਅੱਜ ਕੱਲ ਤਾਂ ਹੁਣ ਇਹਨਾਂ ਚੀਜ਼ਾਂ ਨੂੰ ਜਿਹੜੇ ਨਵੇਂ ਪ੍ਰਚਾਰਕ ਆ ਉਹ ਸੰਗਦੇ ਨੇ, ਕਿਉਂਕਿ ਅੱਜ ਕੱਲ ਦੇ ਪ੍ਰਚਾਰਕ ਜਿਹੜੇ ਆ ਉਹ ਸਿਰਫ ਪੁਰਾਣੇ ਸਿੱਖਾਂ ਨੂੰ ਆਪਦੇ ਵਰਗੇ ਸਮਝਦੇ, ਬਸ ਜਿਹੇ ਜਿਹੇ ਅਸੀਂ ਉਹੋ ਜਿਹੇ ਉਹ ਹੋਣਗੇ। ਇਸ ਕਰਕੇ ਉਹ ਜਦੋਂ ਇਹ ਗੱਲ ਕਰੋ ਕਹਿੰਦੇ ਨੇ ਇਹੋ ਜਿਹੀਆਂ ਕਰਾਮਾਤਾਂ ਵਾਲੀਆਂ ਗੱਲਾਂ ਦਾ ਨਹੀਂ ਕੋਈ, ਮਹਾਰਾਜ ਦੇ ਦਰ ਘਰ ਚ ਕੋਈ ਥਾਂ ਨਹੀਂ ਇਹਨਾਂ ਚੀਜ਼ਾਂ ਨੂੰ। ਜਿਹੜੇ ਹੁਣ ਕੋਈ ਪ੍ਰਾਤਨ ਵਰਤਦੇ ਆ ਧਰਮ, ਜਿਹੜਾ ਧਰਮ ਕਰਾਮਾਤ ਤੋਂ ਬਿਨਾਂ ਧਰਮ ਹੀ ਕਾਹਦਾ ਹੋਇਆ। ਇਹ ਗੁਰਮੁਖੋ ਤੱਤ ਨੇ ਸਰੀਰ ਦੇ 5, ਐਸੀ ਸਿੱਧੀ ਪ੍ਰਾਪਤ। ਇਹ ਤਾਂ ਮੁੱਢਲੀਆਂ ਗੱਲਾਂ ਹੈ ਪਰਮੇਸ਼ਰ ਦੀ ਬੰਦਗੀ ਕਰਨ ਵਾਲਿਆਂ ਲਈ। ਇਹ ਗੱਲ ਤਾਂ ਇੱਕ ਮੁੱਢਲੀ ਗੱਲ ਹੈ, ਜਿਵੇਂ ਪ੍ਰਾਇਮਰੀ ਗੱਲ ਹੈ, ਅਜੇ ਇਹ ਤਾਂ ਕੋਈ ਵੱਡੀ ਗੱਲ ਨਹੀਂ। ਐਸੇ ਗੁਰਮੁਖ ਉਹ ਫਿਰ ਤੱਤਾਂ ਨੂੰ ਤੱਤਾਂ 'ਚ ਲੀਨ ਹੀ ਕਰ ਦਿੰਦੇ ਆ, ਤੇ ਜਿੱਥੇ ਜਾਂਦੇ ਨੇ ਉੱਥੇ ਜਾ ਕੇ ਫੇਰ ਉਹ ਤੱਤਾਂ ਨੂੰ ਸੰਕੋਚ ਲੈਂਦੇ। ਉਸੇ ਤਰ੍ਹਾਂ ਸਰੀਰ ਹੈ। ਆਮ ਆਪਾਂ ਸੁਣਦੇ ਆ ਫਲਾਣਾ ਸਾਧੂ ਹੁੰਦਾ ਸੀ, ਉਹ ਜਿੱਥੇ ਪਹਿਲਾਂ ਹੀ ਉਹਨੇ ਉੱਥੇ ਜਾ ਵੜਨਾ, ਉੱਥੇ ਦੱਸਦਾ ਸੀ। ਇਹ ਗੁਰਮੁਖੋ ਰਿੱਧੀ ਸਿੱਧੀ ਹੋਈ ਹੈ ਕਿ ਮਹਾਰਾਜ ਦੇ ਦਰ ਘਰ ਦੀ ਸੇਵਾ ਕਰਨ ਦੇ ਨਾਲ ਬਹੁਤ ਗੁਰਸਿੱਖਾਂ ਵਿੱਚ ਰਿੱਧੀ ਸਿੱਧੀ ਆ ਗਈ ਸੀ। ਜਦੋਂ ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ ਚੱਲਦੀ ਸੀ, ਸਵੇਰੇ ਉਹਨਾਂ ਨੇ ਆਪ ਪ੍ਰਗਟ ਹੋਣਾ, ਸ਼ਾਮ ਨੂੰ ਘਰ। ਸੈਂਕੜੇ ਮੀਲ ਦੂਰ ਵੀ ਘਰ ਹੈ, ਮਿੰਟਾਂ ਸਕਿੰਟਾਂ 'ਚ ਉੱਥੇ, ਮਿੰਟਾਂ ਸਕਿੰਟਾਂ 'ਚ ਇੱਥੇ। ਤੇ ਇਉਂ ਜਿਹੜਾ ਹੈ ਵਰਤਾਰੇ ਗੁਰੂ ਘਰ ਦੇ ਵਿੱਚ ਵਰਤਦੇ ਰਹੇ ਹੈ। ਤੋ ਉਸ ਸਮੇਂ ਕੇਤਕ ਅਜਮਤ ਕੇ ਜੁਤ ਭਾਰੀ, ਜਾਏ ਨਿਸਾ ਨਿਜ ਸਦਨ ਮਜਾਰੀ। ਰਾਤ ਨੂੰ ਆਪਣੇ ਘਰ ਵਿੱਚ ਜਾ ਪਹੁੰਚਦੇ, ਹੋਤ ਭੋਰ ਕੇ ਆਵਤ ਸੋਈ। ਤੇ ਜਦੋਂ ਸਵੇਰ ਹੁੰਦੀ ਫਿਰ ਆ ਜਾਂਦੇ, ਸਰ ਕੀ ਸੇਵ ਲੱਗੇ ਸਭ ਕੋਈ। ਇਸ ਤਰ੍ਹਾਂ ਸਭ ਕੋਈ ਸਰੋਵਰ ਦੀ ਸੇਵਾ ਵਿੱਚ ਲੱਗੇ ਹਨ। ਸਤਿਗੁਰ ਅਰਜਨ ਅੰਤਰਜਾਮੀ, ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਅੰਤਰਜਾਮੀ। ਜੋ ਸੇਵੈ ਸੋ ਜਾਣੈ ਸੁਆਮੀ। ਜੋ ਵੀ ਕੋਈ ਸੇਵਦਾ ਚਿਤਵਦਾ ਮਹਾਰਾਜ ਸਭ ਜਾਣਦੇ ਹਨ। ਮਹਾ ਮਹਾਤਮ ਚਹਿਤ ਵਿਚਾਰਾ, ਕਿਉਂਕਿ ਬਹੁਤ ਵੱਡਾ ਮਹੱਤਵ ਹੈ ਵਿਚਾਰਾਂ। ਜਿਉਂ ਵਿਚਾਰਾਂ ਸਮੇਤ ਚਾਹੁੰਦੇ ਜੋ ਵੀ ਕੋਈ, ਜੋ ਸਿੱਖ ਹੋਏ ਕਾਮ ਨਾ ਭਾਰਾ। ਜੋ ਵੀ ਕੋਈ ਵੱਡੀਆਂ ਸਿੱਖ ਦੇ ਅੰਦਰ ਕਾਮਨਾਵਾਂ ਹੁੰਦੀਆਂ, ਇਸ ਜਗ ਕੇ ਸੁਖ ਸਭ ਬਿਦ ਦੀਨ। ਆ ਜਗ ਦੇ ਜਿਹੜੇ ਸੁੱਖ ਨੇ ਉਹ ਸਭ ਤਰ੍ਹਾਂ ਕਰਕੇ ਮਹਾਰਾਜ ਜੀ ਕਿਰਪਾ ਕਰਦੇ ਬਖਸ਼ਦੇ ਹਨ। ਪੁਨ ਪਰਲੋਕ ਮਹਿ ਸ਼ੁਭ ਗਤ ਕੀਨ। ਫਿਰ ਭਾਈ ਪ੍ਰਲੋਕ ਦੇ ਵਿੱਚ ਵੀ ਮਹਾਰਾਜ ਕਿਰਪਾ ਕਰਦੇ, ਉੱਥੇ ਵੀ ਸ਼ੁਭ ਗਤੀ ਬਖਸ਼ਿਸ਼ ਕਰ ਦਿੰਦੇ ਨੇ। ਇਸ ਪ੍ਰਕਾਰ ਸਰ ਕੀ ਨਿਤ ਕਾਰ। ਇਸ ਤਰ੍ਹਾਂ ਹਰ ਰੋਜ਼ ਸਰੋਵਰ ਦੀ ਕਾਰ ਸੇਵਾ ਹੁੰਦੀ। ਹੋਤੋ ਜਾਤ ਖਨ ਵੈ ਨਰ ਨਾਰ। ਤੇ ਇਸ ਤਰ੍ਹਾਂ ਭਾਈ ਸਾਰੇ ਪੁੱਟਣ ਮਾਈ ਭਾਈ ਬੇਅੰਤ ਜਿਹੜੇ ਐ ਉਹ ਖੁਦਾਈ ਕਰਦੇ ਹਨ। ਜੇ ਸਿੱਖ ਲੰਮੇ ਦੇਸ ਮਝਾਰ। ਹੁਣ ਇਹ ਪਾਕਿਸਤਾਨ ਦੇ ਵਿੱਚ ਏਰੀਏ ਰਹਿ ਗਏ। ਲੰਮਾ ਦੇਸ਼, ਨੱਕਾ ਦੇਸ਼। ਉਹ ਲੰਮਾ ਤੇ ਨੱਕਾ ਇਹ ਇਲਾਕੇ ਸੀ ਜਿੱਥੋਂ ਨਕਈ ਮਿਸਲ ਜਿਹੜੀ ਚੱਲੀ ਆ ਨਕਈਆਂ ਦੀ। ਇਹ ਲੰਮੇ ਨੱਕੇ ਦੇਸ਼ ਦੇ ਉਹ ਸਿੰਘ ਸਨ ਸਰਦਾਰ, ਜਿਨ੍ਹਾਂ ਤੋਂ ਨਕਈਆਂ ਦੀ ਮਿਸਲ ਚੱਲੀ ਹੈ। ਜੇ ਸਿੱਖ ਲੰਮੇ ਦੇਸ਼ ਮਝਾਰ। ਜਿਹੜੇ ਭਾਈ ਲੰਮੇ ਦੇਸ਼ ਵਿੱਚ ਸਿੱਖ ਵਸਦੇ,
ਧੰਨੀ ਘੇਪ ਕਿਦੋ ਪਠਹਾਰ। ਧੰਨੀ ਘੇਪ ਤੇ ਪੋਠੋਹਾਰ ਇਹ ਸਾਰੇ ਇਲਾਕੇ ਨਗਰ ਹਨ। ਇੱਥੋਂ ਦੇ ਕੋਈ ਸਿੱਖ ਨੇ ਤਖਤ ਹਜ਼ਾਰਾ ਛੱਛ ਹਜ਼ਾਰ। ਫਿਰ ਤਖਤ ਹਜ਼ਾਰਾ, ਇਹ ਵੀ ਤਖਤ ਹਜ਼ਾਰਾ ਵੀ ਇਲਾਕਾ ਹੈ, ਤੇ ਛੱਛ ਹਜ਼ਾਰ ਇਹ ਵੀ ਇਲਾਕਾ ਹੈ। ਬਹੁਤ ਇਤਿਹਾਸਕ ਇਲਾਕੇ ਜਿਹੜੇ ਗੁਰਮੁਖੋ 47 ਦੇ ਵਿੱਚ ਟੁਕੜੇ ਹੋਏ ਦੇਸ਼ ਦੇ, ਤੇ ਇਹ ਫਿਰ ਪੰਜਾਬ ਵੰਡਤਾ ਬਹੁਤ ਵੱਡੀ ਸਿਆਸਤ ਨਾਲ, ਕਿਉਂਕਿ ਪੰਜਾਬ ਇਹ ਦੇਸ਼ ਸੀ ਵੱਖਰਾ ਇੱਕ ਬਹੁਤ ਵੱਡਾ, ਇਹ ਕੋਈ ਭਾਰਤ ਦਾ ਹਿੱਸਾ ਨਹੀਂ ਸੀ। ਤੇ ਬੜੀਆਂ ਚਾਲਾਂ ਸਹਿਤ ਪਹਿਲਾਂ ਤਾਂ ਦੇਖੋ ਇਹ ਅੰਗਰੇਜ਼ਾਂ ਨੇ ਇਹਨੂੰ ਬਣਾਇਆ, ਜਦੋਂ ਉਹਨਾਂ ਨੇ ਰਾਜ ਭਾਗ ਆਪਦਾ ਕਾਇਮ ਕੀਤਾ ਤੇ ਇਹਨੂੰ ਆਪਦਾ ਹਿੱਸਾ ਬਣਾ ਲਿਆ। ਉਦੋਂ ਬਹੁਤ ਸਮਾਂ ਜਦੋਂ ਅੰਗਰੇਜ਼ ਰਹੇ, ਫਿਰ ਇਹਨੂੰ ਇੱਕ ਆਪਦੇ ਦੇਸ਼ ਦਾ ਸਮੁੱਚੇ ਢਾਂਚੇ ਦਾ ਹਿੱਸਾ ਬਣਾ ਕੇ ਚੱਲਦੇ ਰਹੇ। ਤੇ ਉਸ ਤੋਂ ਬਾਅਦ ਜਦੋਂ ਫਿਰ ਇਹ ਵੇਖਿਆ ਕਿ ਕਿਸੇ ਸਮੇਂ ਜੇ ਇਸੇ ਤਰ੍ਹਾਂ ਇਕੱਠਾ ਰਿਹਾ ਇਲਾਕਾ, ਫਿਰ ਇਹ ਦੇਸ਼ ਪ੍ਰਗਟ ਹੋਵੇ ਨਾ ਤਾਂ ਇਹਦੇ ਪਹਿਲਾਂ ਹੀ ਟੁਕੜੇ ਕਰ ਦਿਓ। ਤਾਂ ਪੰਜਾਬ ਜਿਹੜਾ 60% ਸੀ ਉਹ ਪਾਕਿਸਤਾਨ ਵਿੱਚ ਕੱਟਤਾ, 40% ਇੱਧਰ ਰਹਿ ਗਿਆ। ਫਿਰ ਵੀ ਡਰ ਪੈਦਾ ਹੋ ਗਿਆ। ਫਿਰ ਇਹਦੇ ਵਿੱਚੋਂ ਪਹਾੜੀ ਏਰੀਆ ਕੱਟ ਕੇ ਹਿਮਾਚਲ ਬਣਾਤਾ, ਹਿਮਾਚਲ ਬਰਫ਼ ਦਾ ਘਰ। ਤੇ ਜਿਹੜੇ ਪਾਸੇ ਜ਼ਿਆਦਾ ਹਰਿਆਵਲਤਾ ਸੀ ਉਹ ਫਿਰ ਉਹਨੂੰ ਹਰਿਆਣਾ ਬਣਾ ਕੇ ਇਹਦੇ ਵਿੱਚੋਂ ਹਰਿਆਣਾ ਕੱਢਤਾ। ਫਿਰ ਇਹ ਹੁਣ ਬਹੁਤ ਛੋਟਾ ਪੰਜਾਬ ਰਹਿ ਗਿਆ। ਹੁਣ ਵੀ ਇਹਨੂੰ ਕੋਸ਼ਿਸ਼ ਹੈ ਵੀ ਕੁਝ ਪਾਸਾ ਇੱਧਰੋਂ ਜੰਮੂ 'ਚ ਮਿਲਾ ਦਈਏ, ਕੁਝ ਇਹਨੂੰ ਜਿਹੜਾ ਹੈ ਹਰਿਆਣੇ ਵਾਲੇ ਅਜੇ ਵੀ ਦਾਅਵੇ ਕਰਦੇ ਆ ਹੋਰ ਉਧਰ ਕਰ ਦਈਏ। ਤੇ ਵਿੱਚੋਂ ਹੀ ਕਿੰਨੇ ਪਿੰਡ ਉਜਾੜ ਕੇ ਚੰਡੀਗੜ੍ਹ ਬਣਾ ਕੇ ਉਹਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਤਾ। ਕਹਿਣ ਦਾ ਭਾਵ ਹੈ ਕਿ ਇੱਕ ਸਾਜ਼ਿਸ਼ ਚੱਲਦੀ ਹੌਲੀ ਹੌਲੀ ਹੋਵੇ ਨਾ ਤਾਂ ਆਪਾਂ ਪੰਜਾਬ ਦਾ ਨਾਮੋ ਨਿਸ਼ਾਨ ਮਿਟਾ ਕੇ ਇਹਨੂੰ ਹੋਰ ਏਰੀਆ ਵਿੱਚ ਮਿਲਾ ਕੇ ਖਿੱਤਾ ਹੀ ਖਤਮ ਕਰ ਦਈਏ, ਪੰਜਾਬ ਸ਼ਬਦ ਹੀ ਕੱਢ ਦਈਏ, ਸਿਰਫ ਇਤਿਹਾਸ ਵਿੱਚ ਰਹਿ ਜੇ। ਇਸ ਪੱਖ ਤੇ ਸਰਕਾਰਾਂ ਦੀ ਸੋਚ ਚੱਲ ਰਹੀ ਹੈ ਕਿ ਜਿਵੇਂ ਹੁਣ ਕਿੰਨੇ ਇਲਾਕੇ ਨੇ ਉਹ ਇਤਿਹਾਸ ਵਿੱਚ ਤਾਂ ਹੈਗੇ, ਉਹ ਖਤਮ ਹੋ ਗਏ। ਇਸੇ ਤਰ੍ਹਾਂ ਇਹ ਸੋਚ ਚੱਲ ਰਹੀ ਹੈ ਕਿ ਪੰਜਾਬ ਸਿਰਫ ਇਤਿਹਾਸ ਵਿੱਚ ਐਵੇਂ ਸ਼ਬਦ ਰਹਿ ਜੇ, ਕੋਈ ਖਿੱਤਾ ਹੁੰਦਾ ਸੀ। ਹੁਣ ਜੀ ਹੋਰ ਵੱਖ-ਵੱਖ ਸੂਬੇ, ਕਿਉਂਕਿ ਜਿਵੇਂ ਹਰਿਆਣਾ ਹੈ, ਹਿਮਾਚਲ ਹੈ, ਇਹ ਨਵੇਂ ਨਾਂ ਰੱਖੇ ਗਏ। ਹੈ ਤਾਂ ਪੰਜਾਬ ਸੀ ਇਹ ਸਾਰਾ ਕਿੰਨਾ ਇਲਾਕਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿੱਥੇ ਤੱਕ, ਇਹ ਤਾਂ ਵੱਖਰਾ ਦੇਸ਼ ਸੀ। ਤੇ ਇਹਦੀ ਜਿਹੜੀ ਸਰਕਾਰ ਸੀ ਸਰਕਾਰੇ ਖਾਲਸਾ, ਜੋ ਜਿਹਦੇ ਅਧੀਨ ਸੀ ਪੁਰਾਤਨ, ਹੁਣ ਕਿੱਥੇ ਲੇਹ ਲਦਾਖ ਦਾ ਇਲਾਕਾ ਵੀ ਅਧੀਨ ਸੀ, ਜਿਹੜਾ ਹੁਣ ਚੀਨ ਦੱਬੀ ਫਿਰਦਾ ਹੈ। ਬਹੁਤ ਏਰੀਆ ਉਹਨੇ ਦੱਬ ਲਿਆ। ਤੇ ਜੇ ਹੁਣ ਇੰਡੀਆ ਵਾਲੇ ਗੱਲ ਕਰਦੇ ਆ ਸਾਡਾ ਇਲਾਕਾ, ਉਹ ਕਾਗਜ਼ ਪੁਰਾਤਨ ਕੱਢ ਕੇ ਕਹਿੰਦੇ ਵੀ ਇਹ ਤਾਂ ਸਰਕਾਰੇ ਖਾਲਸਾ ਦਾ ਜਗ੍ਹਾ ਹੈ। ਉਹ ਸਰਕਾਰ ਸਾਡੇ ਨਾਲ ਗੱਲ ਕਰੇ, ਤੁਸੀਂ ਐਵੇਂ ਟੱਪੀ ਜਾਂਦੇ, ਤੁਹਾਡੀ ਜਗ੍ਹਾ ਹੀ ਹੈ ਨਹੀਂ ਇਹ। ਤੇ ਹਾਰ ਹੰਭ ਕੇ ਚੁੱਪ ਕਰਕੇ ਬਹਿ ਗਏ। ਇਹ ਕੋਈ ਵੀ ਸਬੂਤ ਨਹੀਂ ਪੇਸ਼ ਕਰ ਸਕੇ ਕਿ ਇਹ ਇਲਾਕਾ ਭਾਰਤ ਦਾ ਹਿੱਸਾ ਹੈ, ਕਿਉਂਕਿ ਸਾਰੇ ਪੁਰਾਤਨ ਸਰਕਾਰੇ ਖਾਲਸਾ। ਇਸ ਕਰਕੇ ਕੁਝ ਹੋ ਰਿਹਾ। ਕਿੰਨੇ ਸੀ ਜਦੋਂ ਆਪਾਂ ਨਾਮ ਸੁਣਦੇ ਆ, ਧੰਨੀ ਘੇਪ ਕਿਦੋ ਪੋਠੋਹਾਰ ਦਾ, ਘੇਪ ਦਾ, ਧੰਨੀ ਦਾ ਲੰਮਾ ਨੱਕਾ ਦੇਸ਼, ਤਖਤ ਹਜ਼ਾਰਾ, ਛੱਛ ਹਜ਼ਾਰਾ, ਇਹ ਸਾਰੇ ਜਿੰਨੇ ਇਲਾਕੇ ਹਨ। ਕਾਬਲ ਨਗਰ ਪਿਸ਼ੌਰ ਕੰਧਾਰ। ਫਿਰ ਭਾਈ ਕਾਬਲ ਨਗਰ ਪਿਸ਼ੌਰ ਕੰਧਾਰ ਦੇ, ਬਲਖ ਬੁਖਾਰੀ ਅਰ ਮੁਲਤਾਨ। ਬਲਖ ਤੇ ਬੁਖਾਰੀ ਇਹ ਦੋ ਵੱਡੇ ਸ਼ਹਿਰ ਨੇ। ਬਲਖ ਬੁਖਾਰੀ ਅਫਗਾਨੀਆਂ ਤੱਕ ਚਲੇ ਗਏ। ਦੌਰ ਮੁਲਤਾਨ ਦਾ ਇਲਾਕਾ ਹੈ। ਇਤਿਆਦਕ ਪਸ਼ਚਮ ਦਿਸ ਜਾਨ। ਇਤਿਆਦਕ ਸਾਰੇ ਪੱਛੋ ਦਿਸ਼ਾ ਦੇ ਵਿੱਚ ਜਾਣ ਲਓ। ਛਠੇ ਮਾਸ ਕੇ ਸੰਮਤ ਮਾਹੀ। ਇਉਂ ਸਾਲ ਦੇ ਛਠੇ ਮਾਸ ਭਾਵ
6 ਮਹੀਨਿਆਂ ਦੇ ਬਾਅਦ ਇਹ ਸਾਲ ਵਿੱਚ ਦਰਸ਼ਨ ਕਰਨ ਆਏ ਗੁਰ ਪਾਹੀ। ਫਿਰ ਇੱਥੋਂ ਇਹ ਇਲਾਕਿਆਂ ਦੇ ਸਿੱਖ ਗੁਰੂ ਸਾਹਿਬ ਦੇ 6 ਮਹੀਨਿਆਂ ਬਾਅਦ ਦਰਸ਼ਨ ਕਰਨ ਗੁਰੂ ਸਾਹਿਬ ਦੇ ਕੋਲ ਆਉਂਦੇ ਹਨ। ਰਹੇ ਕਿਤਕ ਦਿਨ ਸੇਵਾ ਸਰ ਕੀ, ਤੇ ਕੁਝ ਦਿਨ ਸਰੋਵਰ ਦੀ ਕਾਰ ਸੇਵਾ ਵਿੱਚ ਰਹਿੰਦੇ। ਕਰਹਿ ਪ੍ਰੇਮ ਧਰ ਸ਼ਰਧਾ ਉਰ ਕੀ, ਪ੍ਰੇਮ ਧਾਰ ਕੇ ਭਾਈ ਸ਼ਰਧਾ ਦੇ ਨਾਲ ਹਿਰਦਾ ਦੀ ਸ਼ਰਧਾ ਧਾਰ ਕੇ ਪ੍ਰੇਮ ਸਹਿਤ ਸੇਵਾ ਕਰਦੇ ਨੇ। ਬਹੁਰੋ ਸਤਿਗੁਰ ਕੇ ਢਿਗ ਜਾਏ, ਬਹੁਰੋ ਸਤਿਗੁਰ ਕੇ ਢਿਗ ਆਏ। ਫਿਰ ਸਤਿਗੁਰੂ ਜੀ ਦੇ ਕੋਲ ਆ ਕਰਕੇ ਜਾਚਹਿ ਬਿਦਾ ਸਦਨ ਕੋ ਜਾਏ। ਇਹ ਬਿਦਾ ਮੰਗਦੇ ਨੇ, ਮਹਾਰਾਜ ਘਰ ਨੂੰ ਜਾਣਾ ਹੈ। ਸ੍ਰੀ ਅਰਜਨ 300 ਤਬ ਕਹੈ, ਸ੍ਰੀ ਗੁਰੂ ਅਰਜਨ ਦੇਵ ਜੀ ਫਿਰ ਇਹਨਾਂ ਨੂੰ ਕਹਿੰਦੇ ਹਨ, ਹੇ ਸਿੱਖ ਤੁਮ ਨੰਦਨ ਕੋ ਹੈ। ਐ ਭਾਈ ਗੁਰ ਸਿੱਖੋ, ਤੁਸੀਂ ਆਪਣੇ ਪੁੱਤਰਾਂ ਨੂੰ ਹੋਰ ਕਹਿ ਭਰਾਤਾ ਮਿਲ ਬਨਜ ਕਰਨ ਤੇ। ਕੋਈ ਪੁੱਤਰਾਂ ਨੂੰ ਕੋਈ ਭਰਾਵਾਂ ਨਾਲ ਮਿਲ ਕੇ ਵਣਜ ਵਪਾਰ ਕਰਦੇ ਹੋ। ਕਬ ਕੇ ਸਿੱਖੀ ਆਪ ਧਰਨ ਤੇ ਕਦੋਂ ਕਦੇ ਤੁਸੀਂ ਭਾਈ ਇਹ ਸਿੱਖੀ ਨੂੰ ਧਾਰਨ ਕੀਤਾ ਹੈ। ਹਾਥ ਜੋੜ ਸੋ ਬਾਤ ਭਨੇ ਹੈ, ਹੱਥ ਜੋੜ ਕਰਕੇ ਉਹ ਮਹਾਰਾਜ ਨੂੰ ਕਹਿੰਦੇ ਹਨ, ਪਿਤਾ ਪਿਤਾਮਾ ਸਿੱਖ ਬਣੇ ਹੈ। ਸਾਡੇ ਮਹਾਰਾਜ ਪਿਤਾ, ਸਾਡਾ ਦਾਦਾ, ਉਹ ਸਿੱਖ ਬਣੇ ਸਨ। ਪੁੱਤਰ ਚਾਰ ਹੈ ਰਾਵਰ ਕਰਨਾ, ਕਿਉਂ ਸਿੱਖ ਕਹਿੰਦੇ ਮਹਾਰਾਜ ਤੁਹਾਡੀ ਕਿਰਪਾ ਨਾਲ ਹੁਣ ਅੱਗੇ ਮੇਰੇ 4 ਪੁੱਤ ਨੇ। ਬੈਠ ਦੁਕਾਨ ਬਨਜ ਕੋ ਕਰਨਾ, ਜੋ ਦੁਕਾਨ ਤੇ ਬੈਠ ਕੇ ਬਨਜ ਵਪਾਰ ਕਿਰਤ ਕਰਦੇ ਹਾਂ। ਸੁਨ ਸਤਿਗੁਰ ਤੇ ਸੋ ਫੁਰਮਾਏ, ਤਾਂ ਮਹਾਰਾਜ ਗੁਰਸਿੱਖ ਨੂੰ ਇਹ ਸੁਣ ਕੇ ਬਚਨ ਕਰਦੇ, ਦ્વੈ ਸੁਤ ਦੇਹੋ ਹਮ ਕੋ ਇਸ ਥਾਏ। ਫਿਰ ਇਉਂ ਕਰ ਭਾਈ 2 ਪੁੱਤਰ ਤੂੰ ਸਾਨੂੰ ਇਸ ਜਗ੍ਹਾ ਸਾਡੇ ਕੋਲ ਦੇ ਸਾਨੂੰ। ਗੁਰਪੁਰ ਮਹਿ ਬਸ ਕਰਹਿ ਦੁਕਾਨ, ਕਿਉਂਕਿ ਬਹੁਤ ਵੱਡੀ ਵਪਾਰ ਦੀ ਮੰਡੀ ਸੀ ਸ੍ਰੀ ਅੰਮ੍ਰਿਤਸਰ। ਅੱਜ ਵੀ ਤੁਸੀਂ ਚਲੇ ਜਾਓ, ਪੁਰਾਣੀ ਤੋਂ ਪੁਰਾਣੀ ਦੁਕਾਨ ਹੈ। ਜਿਹੜੀ ਚੀਜ਼ ਅੰਮ੍ਰਿਤਸਰ ਸਾਹਿਬ ਤੋਂ ਮਿਲਦੀ, ਉਦੋਂ ਤਾਂ ਉਹਨਾਂ ਸਮੇਂ ਤੋਂ ਸਭ ਤੋਂ ਵੱਡਾ ਜਿਹੜੀ ਮੰਡੀ ਸੀ ਉਹ ਲਾਹੌਰ ਹੁੰਦੀ ਸੀ। ਜੋ ਕੁਝ ਵੀ ਪੈਦਾਵਾਰ ਕੋਈ ਚੀਜ਼ ਵੇਚਣੀ ਵਟਣੀ ਉਹ ਲਾਹੌਰ ਲੈ ਕੇ ਜਾਂਦੇ ਵੱਡੇ ਵਪਾਰੀ। ਤੇ ਮਹਾਰਾਜ ਨੇ ਸ੍ਰੀ ਅੰਮ੍ਰਿਤਸਰ ਸਾਹਿਬ 52 ਤਰ੍ਹਾਂ ਦੇ ਕਿਰਤੀ, 52 ਵੱਖ-ਵੱਖ ਕੰਮਾਂ ਦੇ ਮਾਹਰ ਲੋਕਾਂ ਨੂੰ ਇੱਥੇ ਵਸਾਇਆ। ਮਕਾਨ ਬਣਾ ਕੇ ਦਿੱਤੇ ਫਰੀ, ਦੁਕਾਨਾਂ ਬਣਾ ਕੇ ਦਿੱਤੀਆਂ। ਮਹਾਰਾਜ ਨੇ ਬਾਜ਼ਾਰ ਬਣਾਏ ਕਿ ਇੱਥੇ ਦੁਕਾਨਾਂ ਖੋਲੋ। ਕਿਉਂ ਪੁੱਛ ਲੈਣਾ ਕਿੰਨੇ ਨੇ, ਕਹਿਣਾ ਜੀ 4 ਪੁੱਤ ਹੈ ਉੱਥੇ ਦੁਕਾਨ। ਚੰਗਾ, ਫਿਰ ਇਉਂ ਕਰ 2 ਅੰਮ੍ਰਿਤਸਰ ਸਾਹਿਬ ਛੱਡ ਦੇ, ਇੱਥੇ ਦੁਕਾਨਾਂ ਪਾ ਕੇ ਦਿੰਦੇ ਉਹਨਾਂ ਨੂੰ। ਜਿਹੜਾ ਕੰਮ ਉੱਥੇ ਕਰਦੇ ਹੋ 2 ਇੱਥੇ ਕਰ ਲੈਣ, 2 ਉੱਥੇ ਕਰਨ। ਇਉਂ ਮਹਾਰਾਜ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਇਉਂ ਭਾਈ ਦੁਨੀਆ ਦੇ ਨਕਸ਼ੇ ਤੇ ਇੱਕ ਵੱਡਾ ਵਪਾਰਕ ਕੇਂਦਰ ਬਣਾਇਆ ਗੁਰੂ ਮਹਾਰਾਜ ਨੇ। ਬਹੁਤ ਵੱਡੀ ਮਹਾਰਾਜ ਦੀ ਸੋਚ। ਸਾਹਿਬ ਜੀ ਕਹਿੰਦੇ ਭਾਈ 2 ਪੁੱਤਰ ਇੱਥੇ ਭੇਜ, ਗੁਰਪੁਰ ਮਹਿ ਬਸ ਕਰਹਿ ਦੁਕਾਨ। ਗੁਰਪੁਰੀ ਵਿੱਚ ਰਹਿਣ, ਇੱਥੇ ਰਹਿ ਕੇ ਦੁਕਾਨ ਕਰਨ। ਲਾਭਹਿ ਲਾਭ ਬਨਜ ਕੋ ਠਾਨ, ਮਹਾਰਾਜ ਕਹਿੰਦੇ ਇੱਥੇ ਵਣਜ ਵਪਾਰ ਕਰਨ, ਜੋ ਲਾਭ ਹੀ ਲਾਭ ਹੈ। ਬਾਕ ਮਾਨ ਸੋ ਆਨ ਬਸਾਵੇ, ਉਹ ਫਿਰ ਬਚਨ ਮੰਨ ਕੇ ਆਪਣੇ ਬੱਚਿਆਂ ਨੂੰ 4 ਹੈ ਤਾਂ 2 ਨੂੰ ਇੱਥੇ ਛੱਡ ਦੇਣਾ, 2 ਉਧਰ ਰੱਖਣੇ ਆਮ ਬਸਾਉਂਦੇ ਹਨ। ਜਿਸ ਕੇ ਜੁਗ ਸੁਤ ਇੱਕ ਚਾਲੇ ਆਵੇ, ਜਿਹਦੇ 2 ਪੁੱਤਰ ਹੁੰਦੇ ਮਹਾਰਾਜ ਕਹਿੰਦੇ ਇੱਕ ਦਾ ਕਾਰੋਬਾਰ ਇੱਥੇ ਕਰਵਾ ਭਾਈ, ਇੱਕ ਉੱਥੇ ਆ। ਤਾਂ ਜਿਸ ਕੇ ਜੁਗ ਸੁਤ, ਜਿਹਦੇ 2 ਪੁੱਤਰ ਉਹ ਇੱਕ ਆ ਜਾਂਦਾ ਹੈ। ਇੱਕ ਦਿਸ ਗੁਰ ਨਿਜ ਮਹਿਲ ਚਨਾਈ, ਜਿੱਥੇ ਸਰੋਵਰ ਦੀ ਕਾਰ ਸੇਵਾ ਚੱਲਦੀ ਆ ਉੱਥੇ ਇੱਕ ਪਾਸੇ ਮਹਾਰਾਜ ਦੇ ਇਉਂ ਆਪਣੇ ਆ ਮਹਿਲ
ਘਰ ਵੀ ਬਣਵਾ ਰਹੇ ਨੇ। ਦਿਸ ਦੂਸਰ ਸਰ ਸੁਧਾ ਬਨਾਏ। ਦੂਜੇ ਪਾਸੇ ਅੰਮ੍ਰਿਤ ਸਰੋਵਰ ਬਣ ਰਿਹਾ, ਕਾਰ ਸੇਵਾ ਹੋ ਰਹੀ ਹੈ। ਦੋਨੋਂ ਬੀਚ ਹਾਟ ਬਹੁ ਪਾਇਓ। ਤੇ ਇੱਕ ਪਾਸੇ ਘਰ, ਇੱਕ ਪਾਸੇ ਸਰੋਵਰ, ਜਿਹੜੀ ਵਿਚਾਲੇ ਫਿਰ ਜਗ੍ਹਾ ਬਣੀ ਤੇ ਉਥੇ ਭਾਈ ਬਹੁਤ ਹੱਟੀਆਂ ਦੁਕਾਨਾਂ ਪਾਈਆਂ ਹਨ। ਗੁਰੂ ਬਾਜ਼ਾਰ ਸੋ ਅਬ ਲੱਗ ਗਾਇਓ, ਜਿਨ੍ਹਾਂ ਨੂੰ ਹੁਣ ਤੱਕ ਗੁਰੂ ਕੇ ਬਾਜ਼ਾਰ ਕਿਹਾ ਜਾਂਦਾ ਹੈ। ਆਨ ਆਨ ਬਾਸੈ ਬੜ ਭਾਗੇ, ਵੱਡੇ ਭਾਗਾਂ ਵਾਲੇ ਲੋਕ ਆ ਕੇ ਬਸਦੇ ਹਨ। ਨਰ ਬਹੁਪੁਰ ਮਹਿ ਹੋਵਨ ਲਾਗੇ। ਇਸ ਤਰ੍ਹਾਂ ਹੁਣ ਇਹ ਨਗਰ ਸੰਘਣਾ ਵਸਣ ਲੱਗ ਗਿਆ। ਬਹੁਤ ਇਸ ਨਗਰ ਵਿੱਚ ਲੋਕ ਹੋਣ ਲੱਗੇ ਹਨ। ਕਰਨ ਲੱਗੇ ਵਿਵਹਾਰ ਵਡੇਰੇ, ਵੱਡੇ ਵੱਡੇ ਵਿਵਹਾਰ ਕਾਰਜ ਕਰਨ ਲੱਗੇ। ਜਿਹ ਕਿਹ ਆਪਣੇ ਸਿੱਖ ਸੁਹੇਰੇ, ਜਿੱਥੇ ਕਿਥੇ ਵੀ ਉਹ ਭਾਈ ਆਪਣੇ ਸਿੱਖ ਹੀ ਵੇਖੇ ਜਾਂਦੇ। ਤਿਹ ਤੇ ਆਪ ਬੁਲਾਵੈ ਨਾਥ, ਜਿੱਥੇ ਕਿਥੇ ਵੀ ਮਹਾਰਾਜ ਦੇਖਦੇ ਵੀ ਉਸ ਫਲਾਣੇ ਦੂਰ ਦਰਾਡੇ ਸਾਡੇ ਸਿੱਖ ਨੇ, ਉਥੋਂ ਵੀ ਮਹਾਰਾਜੋਂ ਪੁੱਛਣਾ ਕਿੰਨੇ ਬੱਚੇ ਭਾਈ ਭੇਜੋ, ਫਿਰ ਇੱਕ ਬਸੇ ਇੱਥੇ ਆ ਕੇ ਦੋ ਬਸਣ। ਤਿਹ ਤੇ ਆਪ ਬੁਲਾਵੈ ਨਾਥ, ਉੱਥੋਂ ਫਿਰ ਮਾਲਕ ਸਤਿਗੁਰੂ ਆਪ ਸੱਦ ਲੈਂਦੇ। ਲਾਗੈ ਸੇਵ ਸੋ ਸਰਦਾ ਸਾਥ। ਤੇ ਨਾਲੇ ਹੁਣ ਇੱਥੇ ਦੇਖੋ ਵਪਾਰ ਕਰਦੇ, ਕੰਮ ਕਰਦੇ। ਜਦੋਂ ਦੁਕਾਨਾਂ ਹੋ ਗਈਆਂ, ਵੱਧ ਵਸੋਂ ਹੋ ਗਈ, ਵਪਾਰੀ ਆਉਣ ਲੱਗ ਗਏ ਸਮਾਨ ਵੇਚਣਾ। ਇੱਥੋਂ ਵੱਡਿਆਂ ਲੋਕਾਂ ਦਾ ਫਿਰ ਉਹਨਾਂ ਸਮਿਆਂ ਵਿੱਚ ਲਾਹੌਰੋਂ ਇੱਥੇ, ਉਹ ਕਿੱਥੇ ਅਫਗਾਨਿਸਤਾਨ ਗਜਨੀ ਤੋਂ ਆ ਕੇ ਵੇਚਣੇ, ਮੇਵੇ ਤੱਕ ਜਿੰਨੇ ਵੀ ਉਹ ਸਾਰੇ ਮਿਲਦੇ। ਇਉਂ ਵੱਡਾ ਜਿਹੜਾ ਸੀ ਵਪਾਰ ਸ਼ੁਰੂ ਹੋ ਗਿਆ ਸ਼ਰਧਾ ਦੇ ਨਾਲ। ਲੱਗ ਹੈ ਸੇਵ ਸੋ ਸ਼ਰਧਾ ਸਾਥ, ਸ਼ਰਧਾ ਨਾਲ ਸੇਵਾ ਵਿੱਚ ਲੱਗ ਜਾਂਦੇ। ਕੇਤਕ ਸਿੱਖ ਆਪ ਤੇ ਆਏ, ਕਿੰਨੇ ਹੀ ਸਿੱਖ ਫਿਰ ਉਹ ਆਪ ਵੀ ਆ ਗਏ। ਚਲੋ ਮਹਾਰਾਜ ਦੇ ਉੱਥੇ ਰਹਿਣਾ ਸ਼ੁਰੂ ਕਰ ਦਈਏ। ਕਿਨਹੂ ਢਿਗ ਨਰ ਪਠੇ ਬੁਲਾਏ, ਕਿਸੇ ਨੇ ਭਾਈ ਆਪਣੇ ਕੋਲੋਂ ਹੋਰ ਬੰਦੇ ਭੇਜ ਕੇ, ਹੋਰ ਆਪਣੇ ਰਿਸ਼ਤੇਦਾਰ ਸੱਦ, ਉਹਨੂੰ ਸੱਦ, ਇਸ ਤਰ੍ਹਾਂ ਸੱਦ ਲਿਆ ਹੈ। ਪੂਰਨ ਹੋਤ ਜਾਚਨਾ ਜਿਉਂ ਜਿਉਂ, ਜਿਵੇਂ ਜਿਵੇਂ ਗੁਰੂ ਸਾਹਿਬ ਦੇ ਦਰ ਤੇ ਸੇਵਾ ਕਰਦੇ ਕਾਮਨਾਵਾਂ ਪੂਰੀਆਂ ਹੁੰਦੀਆਂ। ਸੁਨ ਸੁਨ ਜਸ ਆਏ ਸਭ ਤਿਉਂ ਤਿਉਂ, ਉਹ ਮਹਾਰਾਜ ਦਾ ਜਸ ਸੁਣ ਸੁਣ ਕੇ ਤਿਉਂ ਤਿਉਂ ਲੋਕ ਇੱਥੇ ਆ ਕੇ ਅੰਮ੍ਰਿਤਸਰ ਸਾਹਿਬ ਵਸਣੇ ਸ਼ੁਰੂ ਹੋ ਗਏ। ਅੰਮ੍ਰਿਤਸਰ ਸਰੋਵਰ ਦਾ ਨਾਂ ਸੀ ਤੇ ਜਿਉਂ-ਜਿਉਂ ਫਿਰ ਜਗ੍ਹਾ ਨਗਰ ਵਸੀ ਗਏ, ਦੁਕਾਨਾਂ। ਕਿੱਥੇ ਰਹਿੰਦੇ ਹੋ? ਅੰਮ੍ਰਿਤਸਰ। ਤੇ ਸਾਰੇ ਸ਼ਹਿਰ ਦਾ ਨਾਂ ਅੰਮ੍ਰਿਤਸਰ ਹੋ ਗਿਆ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ, ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਪੰਚਮ ਮਹੱਲੇ, ਪੰਜਵੇਂ ਮਹੱਲੇ ਦੇ ਪ੍ਰਸੰਗ ਹੈ। ਭਾਈ ਬਹੋੜੇ ਔਰ ਗੁਰੂ ਬਾਜ਼ਾਰ ਪ੍ਰਸੰਗ ਵਰਣਨ। ਭਾਈ ਬਹੋੜੇ ਸਿੱਖ ਦਾ ਫਿਰ ਗੁਰੂ ਕੇ ਬਾਜ਼ਾਰ ਕਿਵੇਂ ਬਣੇ, ਇਹ ਪ੍ਰਸੰਗ ਵਰਣਨ ਕੀਤਾ। ਨਾਮ ਸਪਤਮ ਮੰਦਰ ਹੈ, ਸੱਤਵੇਂ ਘਰ ਦਾ ਇਹ ਪ੍ਰਸੰਗ ਹੈ। ਦੋ ਹੋਰਾ ਫਫਰੇ ਗ੍ਰਾਮ ਬਿਖੈ ਬਸੈ, ਬਹਿਲੋ ਸ੍ਰੇਸ਼ਟ ਜਾਟ। ਹੁਣ ਅੱਗੇ ਦੱਸਦੇ ਨੇ ਕਿ ਫਫੜਾ ਪਿੰਡ, ਜਿਹਨੂੰ ਅੱਜ ਕੱਲ ਫਫੜਾ ਭਾਈ ਕਾ ਕਿਹਾ ਜਾਂਦਾ ਹੈ। ਭਾਈ ਕਾ ਇਹ ਸੀ ਵੀ ਜਿਹੜੇ ਬਹਿਲੋ ਜੀ ਸਨ, ਇਹਨਾਂ ਨੂੰ ਭਾਈ ਦਾ ਖਿਤਾਬ ਬਖਸ਼ਿਆ ਮਹਾਰਾਜ ਨੇ। ਇਸ ਕਰਕੇ ਫਿਰ ਕਿਹਦਾ ਫਫੜਾ ਵੱਜਿਆ? ਭਾਈ ਕਾ। ਤੇ ਫਿਰ ਉਹ ਸਾਰਿਆਂ ਨੂੰ ਭਾਈ ਖਿਤਾਬ, ਉਹਦੀ ਅੰਸ਼ ਵੰਸ਼ ਨੂੰ। ਤੇ ਫਫੜੇ ਭਾਈ ਕੇ, ਪਹਿਲਾਂ ਫਫੜਾ ਨਗਰ ਸੀ ਕੱਲਾ, ਉਹ ਫਫੜੇ ਪਿੰਡ ਦੇ, ਫਫੜੇ ਗ੍ਰਾਮ ਵਿਖੇ ਬਸੈ, ਫਫੜੇ ਪਿੰਡ ਦੇ ਵਿੱਚ ਵਸਦਾ ਕੌਣ? ਬਹਿਲੋ ਸ੍ਰੇਸ਼ਟ ਜਾਟ। ਭਾਈ ਬਹਿਲੋ ਜੀ ਜੱਟ ਪਰਿਵਾਰ ਦੇ ਵਿੱਚ ਪੈਦਾ ਹੋਣ ਵਾਲਾ। ਖੁੰਡੀ ਕਰ ਮਹਿ ਧਾਰ ਕੈ, ਕਰੈ ਸ਼ੇਖ ਕੋ ਠਾਟ। ਇਸ ਇਲਾਕੇ ਦਾ ਸਰਵਰੀਆਂ ਦਾ ਚੌਧਰੀ ਸੀ ਭਾਈ ਬਹਿਲੋ। ਹੱਥ ਵਿੱਚ ਖੁੰਡੀ ਫੜ
ਹਰ ਸਮੇਂ ਰੱਖਦਾ ਸੀ। ਇਹ ਨਿਸ਼ਾਨੀ ਹੁੰਦੀ ਸੀ। ਕਰੈ ਸ਼ੇਖ ਕੋ ਠਾਠ, ਸ਼ੇਖ ਮੁਸਲਮਾਨ, ਇਉਂ ਮੁਸਲਮਾਨਾਂ ਦਾ ਠਾਠ ਬਣਾ ਕੇ ਰੱਖਦਾ। ਸਰਵਰੀਏ ਨੂੰ ਪੂਜਦਾ ਸੀ। ਤੇ ਮਹਾਰਾਜ ਦੀ ਕਿਵੇਂ ਇਸ ਤੇ ਕਿਰਪਾ ਹੋਈ। ਚੌਪਈ ਬਹੁਤੇ ਮਾਨੁਖ ਸੰਗ ਲਗਾਏ, ਬਹੁਤ ਲੋਕਾਂ ਨੂੰ ਨਾਲ ਲੈ ਕਰਕੇ ਪਰ ਸਹਿਜਾਹੇ ਨਿਗਾਹੇ ਥਾਏ। ਇਹ ਨਿਗਾਹੇ ਨਗਰ ਜਾ ਕੇ ਉਸ ਜਗ੍ਹਾ ਤੇ ਜਾ ਕੇ ਉਹਦੀ ਸਰਬਰੀਏ ਪੀਰ ਦੀ ਜਗ੍ਹਾ ਨੂੰ ਪਰਸਦੇ ਮੰਨਦੇ ਸਨ। ਸਰਬਰ ਕੋ ਮੁਰੀਦ ਨਿਤ ਰਹੈ, ਤੇ ਹਮੇਸ਼ਾ ਸਰਬਰੀਏ ਦੇ ਮੁਰੀਦ ਬਣ ਕੇ ਰਹਿੰਦੇ। ਸੁਲਤਾਨੀ ਤਿਸ ਕੋ ਸਭ ਕਹੈ, ਸਾਰੇ ਇਹਨਾਂ ਨੂੰ ਸੁਲਤਾਨੀਆਂ ਕਹਿੰਦੇ ਸਨ। ਮੰਝ ਗੁਰੂ ਜੋ ਸਿੱਖ ਵਡੇਰਾ, ਜਿਹੜਾ ਭਾਈ ਮੰਝ ਗੁਰੂ ਮਹਾਰਾਜ ਦਾ ਮਹਾਨ ਸਿੱਖ ਬਣ ਗਿਆ। ਮੇਲ ਭਇਓ ਤਿਸ ਸੋ ਤਿਸ ਘੇਰਾ, ਭਾਈ ਮੰਝ ਨਾਲ ਕਿਤੇ ਇਹ ਭਾਈ ਬਹਿਲੋ ਦਾ ਭਾਈ ਮੇਲ ਜੋਲ ਹੋਇਆ। ਗੁਰ ਮਹਿਮਾ ਸੁਨ ਕੈ ਅਦਕਾਈ, ਦੱਸਿਆ ਇਸ ਤਾਂ ਹੁਣ ਮਹਾਰਾਜ ਦੇ ਚਰਨੀ ਲੱਗ ਗਏ। ਗੁਰੂ ਘਰ ਦੀ ਬੇਅੰਤ ਮਹਿਮਾ ਸੁਣਾਈ ਭਾਈ ਮੰਝ ਨੇ। ਭਾਈ ਬਹਿਲੋ ਸੁਣ ਕਰਕੇ ਹੇਤ ਦਰਸ ਬਹੁ ਪ੍ਰੀਤ ਬਢਾਈ, ਤੇ ਦਰਸ਼ਨਾਂ ਦੇ ਵਾਸਤੇ ਬਹੁਤ ਅੰਦਰ ਪ੍ਰੀਤ ਵਧੀ। ਮਾਨ ਵਡਾਈ ਤਜ ਕਰ ਸਾਰੀ, ਫਿਰ ਜਿਹੜਾ ਮਾਣ ਮਿਲਦਾ ਸੀ ਲੋਕਾਂ ਨੂੰ ਵਡਿਆਈ ਕਰਦੇ ਸਰਵਰੀਏ, ਉਹ ਸਾਰੀ ਛੱਡ ਕਰਕੇ ਗ੍ਰਹਿ ਤਜ ਗਮਨਿਓ ਗੁਰ ਦਰਬਾਰੀ, ਘਰ ਛੱਡ ਕੇ ਗੁਰੂ ਮਹਾਰਾਜ ਦੇ ਦਰਬਾਰ ਨੂੰ ਚੱਲ ਪਿਆ ਅੰਮ੍ਰਿਤਸਰ ਸਾਹਿਬ ਨੂੰ, ਮਾਲਵੇ ਦੀ ਧਰਤੀ ਤੋਂ। ਸਨੈ ਸਨੈ ਸਤ ਦਰਬ ਤਟ ਆਇਓ, ਹੌਲੀ ਹੌਲੀ ਚੱਲਦਾ ਸਤਲੁਜ ਦਾ ਕਿਨਾਰਾ ਆ ਗਿਆ ਦਰਿਆ ਦਾ। ਘਰ ਇਸ਼ਨਾਨ ਤਹਾ ਕਛ ਖਾਇਓ, ਇੱਥੇ ਇਸ਼ਨਾਨ ਕੀਤਾ ਦੇ ਕੁਝ ਪ੍ਰਸ਼ਾਦਾ ਛਕਿਆ ਹੈ। ਤਰੀ ਤੀਰ ਥਿਤ ਪਿਖ ਕਰ ਤਿਆਰ, ਤਰੀ ਤੀਰ ਜਿਹੜੀ ਬੇੜੀ ਸੀ ਉਹ ਵੇਖਿਆ ਕਿ ਕਿਨਾਰੇ ਦੇ ਉੱਤੇ ਤਿਆਰ ਖੜੀ ਹੈ। ਚੜ ਬੈਠਿਓ ਉਲੰਘਨ ਹਿਤ ਪਾਰ, ਉਹਦੇ ਵਿੱਚ ਚੜ ਕੇ ਬੈਠ ਗਿਆ। ਸਰਵਰੀਆਂ ਦਾ ਚੋਲਾ ਪਾਇਆ, ਉਹੀ ਖੁੰਡੀ ਫੜੀ ਹੈ। ਪਾਰ ਲੰਘਣ ਦੇ ਵਾਸਤੇ ਵਿੱਚ ਬੇੜੀ ਦੇ ਬੈਠ ਗਿਆ। ਜਬ ਪਰਵਾਹੇ ਮਹਿ ਨੌਕਾ ਆਈ, ਤੇ ਜਦੋਂ ਐਨ ਵਿਚਾਲੇ ਚਲੀ ਗਈ ਨਾ ਬੇੜੀ ਸਤਲੁਜ ਦਰਿਆ ਦੇ, ਖੁੰਡੀ ਖੱਲਰਾ ਦੀਨ ਬਗਾਈ, ਤੇ ਲਾ ਕੇ ਚੋਲਾ ਜਾ ਉਤੋਂ ਤੇ ਉਹ ਖੁੰਡੀ ਭਗਾ ਕੇ ਦਰਿਆ ਚ ਮਾਰੀ। ਚੱਲ ਹੁਣ ਕਹਿੰਦੇ ਵਿੱਚ ਹੀ ਬਹਿ ਜਾ ਸਰਵਰੀਆ, ਹੁਣ ਤੇਰੀ ਲੋੜ ਨਹੀਂ। ਉਹਦੇ ਵਿੱਚ ਭਗਾ ਦਿੱਤੀ। ਹੋਏ ਪਾਰ ਮਗ ਪਰ ਪਗ ਧਾਰਾ, ਦਰਿਆ ਪਾਰ ਹੋਇਆ, ਰਸਤੇ ਪਰ ਪੈਰ ਧਾਰਿਆ, ਭਾਵ ਚੱਲਿਆ ਹੈ। ਕ੍ਰਮ ਕ੍ਰਮ ਆਇਓ ਗੁਰ ਦਰਬਾਰਾ, ਕਦਮ ਕਦਮ ਚੱਲਦਾ ਗੁਰੂ ਸਾਹਿਬ ਦੇ ਦਰਬਾਰ ਵਿੱਚ ਪਹੁੰਚਿਆ। ਬੈਠੇ ਜੇਠਾਂ ਪੁਰਖ ਕਿਰਪਾਲਾ, ਜਿੱਥੇ ਕਿਰਪਾਲੂ ਸਤਿਗੁਰੂ ਸੱਚੇ ਪਾਤਸ਼ਾਹ ਬੈਠੇ ਹਨ। ਕਰਹਿ ਖਨਾਵਨ ਅੰਮ੍ਰਿਤ ਤਾਲਾ, ਅੰਮ੍ਰਿਤ ਸਰੋਵਰ ਦੀ ਖੁਦਾਈ ਕਰਵਾ ਰਹੇ ਹਨ। ਦੋਨੋਂ ਹੱਥ ਜੋੜ ਹੋਏ ਦੀਨਾ, ਦੋਵੇਂ ਹੱਥ ਜੋੜ ਨਿਮਾਣਾ ਹੋ ਕਰਕੇ ਪਰਮ ਪ੍ਰੇਮ ਤੇ ਬੰਧਨ ਕੀਨਾ। ਭਾਈ ਬਹਿਲੋ ਜੀ ਨੇ ਬਹੁਤ ਪ੍ਰੇਮ ਧਾਰ ਕੇ ਮਹਾਰਾਜ ਨੂੰ ਬੰਦਨਾ ਕੀਤੀ। ਨਿਜ ਸੇਵਕ ਲਖ ਲੀਨ ਬੁਲਾਈ, ਇਉਂ ਆਪਣੇ ਆਪ ਨੂੰ ਸੇਵਕ ਜਾਣ ਕੇ ਬੇਨਤੀ ਕਰਦਾ ਹੈ। ਮੈਂ ਅਗਿਆਨੀ ਲਖੋ ਨ ਕਾਈ, ਮਹਾਰਾਜ ਮੈਂ ਅਗਿਆਨੀ ਹਾਂ, ਧਰਮ ਵੱਲੋਂ ਕੁਝ ਨਹੀਂ ਜਾਣਦਾ। ਬਿਰਦ ਗਰੀਬ ਨਿਵਾਜ ਤੁਮਾਰੇ, ਤੁਹਾਡਾ ਜੋ ਬਿਰਦ ਹੈ ਗਰੀਬਾਂ ਨੂੰ ਨਵਾਜਣ ਵਾਲਾ ਹੈ। ਸ਼ਰਣਾਗਤ ਕੇ ਨਿਤ ਰਖਵਾਰੇ, ਤੇ ਜੋ ਸ਼ਰਨ ਆ ਜਾਂਦਾ ਸ਼ਰਨ ਆਇਆਂ ਦੀ ਤੁਸੀਂ ਹਮੇਸ਼ਾ ਰਾਖੀ ਕਰਦੇ ਹੋ। ਰਾਵਰ ਕੇਰ ਆਸਰੇ ਆਏ,
ਮਹਾਰਾਜ ਤੁਹਾਡੇ ਆਸਰੇ ਮੈਂ ਇੱਥੇ ਪਹੁੰਚਿਆ ਹਾਂ। ਕੋਟ ਜਨਮ ਨਿਤ ਸੰਕਟ ਪਾਏ, ਕਰੋੜਾਂ ਜਨਮਾਂ ਦੇ ਹਮੇਸ਼ਾ ਦੁੱਖ ਪਾਏ ਹਨ। ਲਾਜ ਨਾਮ ਆਪਣੇ ਕੀ ਰਾਖੋ, ਮਹਾਰਾਜ ਆਪਣੇ ਨਾਮ ਦੀ ਲਾਜ ਰੱਖੋ ਜੀ। ਲੱਖ ਸੇਵਕ ਮੁਝ ਸੇਵਾ ਭਾਖੋ, ਮੈਨੂੰ ਵੀ ਆਪਣਾ ਸੇਵਕ ਜਾਣ ਕੇ ਸੇਵਾ ਦੱਸੋ। ਮਹਾਰਾਜ ਕਹੋ ਸੇਵਾ ਕਰੀਏ। ਮਹਿਮਾ ਹਮ ਨਹਿ ਲਖੈ ਤੁਮਾਰੀ, ਤੁਹਾਡੀ ਮਹਿਮਾ ਨੂੰ ਮਹਾਰਾਜ ਮੈਂ ਨਹੀਂ ਜਾਣ ਸਕਦਾ। ਰਾਵਰ ਰੂਪ ਨਰਨ ਉਪਕਾਰੀ, ਤੁਹਾਡਾ ਜਿਹੜਾ ਸਰੂਪ ਹੈ ਉਹ ਨਰਨ ਲੋਕਾਂ ਪਰ ਪਰਉਪਕਾਰ ਵਾਲਾ ਹੈ। ਬਿਨੈ ਸੁਨਤ ਸ੍ਰੀ ਅਰਜਨ ਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹਦੀ ਬੇਨਤੀ ਸੁਣੀ ਹੈ। ਹੋਏ ਸ਼ਰਧਾ ਤੇ ਕਾਰਜ ਪੁਰੂ, ਇਹ ਮਹਾਰਾਜ ਕਹਿੰਦੇ ਸ਼ਰਧਾ ਧਾਰਨ ਕਰੀਏ ਫਿਰ ਕਾਰਜ ਪੂਰੇ ਹੁੰਦੇ ਹਨ। ਸ਼ਰਧਾ ਮੂਲ ਭਗਤ ਤੁਚ ਸਾਰੇ, ਇਹ ਜਾਣ ਲੈ ਵੀ ਸ਼ਰਧਾ ਮੂਲ ਹੈ ਭਗਤ ਤੁਚ ਸਾਰੇ। ਜਿਹੜੀ ਭਗਤੀ ਹੈ ਇਹ ਖਲੜੀ ਹੈ। ਗਿਆਨ ਤਰੋਵਰ ਉਦੈ ਉਦਾਰੇ, ਤੇ ਗਿਆਨ ਰੂਪੀ ਤਰੋਵਰ ਦਰਖਤ ਹੈ ਉਦੈ ਉਦਾਰੇ, ਜੋ ਫਿਰ ਇਹਦੇ ਗਿਆਨ ਰੂਪੀ ਦਰਖਤ ਜਿਹੜਾ ਉਹ ਵੱਡਾ ਪ੍ਰਗਟ ਹੁੰਦਾ ਹੈ। ਫਲ ਕੈਵਲ ਕੋ ਪ੍ਰਾਪਤ ਹੋਏ, ਫਿਰ ਉਹਨੂੰ ਕੈਵਲ ਮੁਕਤੀ ਦਾ ਫਲ ਜਿਹੜਾ ਉਹ ਲੱਗਦਾ, ਉਹ ਫਲ ਪ੍ਰਾਪਤ ਹੁੰਦਾ ਹੈ। ਜਿਸ ਤੇ ਸੰਕਟ ਹੋਏ ਨਾ ਕੋਏ, ਜਿਹਦੇ ਨਾਲ ਫਿਰ ਕੋਈ ਜੰਮਣ ਮਰਨ ਦਾ ਦੁੱਖ ਨਹੀਂ ਹੁੰਦਾ ਹੈ। ਸ਼ਰਧਾ ਬਿਨ ਸਭ ਨਿਸਫਲ ਕਰਮ, ਜੇ ਭਾਈ ਬਹਿਲੋ ਸ਼ਰਧਾ ਹੈ ਨਹੀਂ ਨਾ ਫਿਰ ਸਾਰੇ ਕਰਮ ਨਿਫਲ ਹਨ। ਸੁਧ ਰਹਿ ਹਿਰਦਾ ਨ ਪ੍ਰਾਪਤ ਧਰਮ, ਨਾ ਹਿਰਦਾ ਪਵਿੱਤਰ ਹੁੰਦਾ ਸ਼ਰਧਾ ਬਿਨਾ ਤੇ ਨਾ ਧਰਮ ਦੀ ਪ੍ਰਾਪਤੀ ਹੁੰਦੀ ਹੈ। ਸ਼ਰਧਾ ਸਭ ਤੇ ਪੂਰਬ ਚਾਹੀਐ, ਭਾਈ ਬਹਿਲੋ ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਤੇ ਸ਼ਰਧਾ ਚਾਹੀਦੀ ਹੈ ਜੀਵ ਦੇ ਵਿੱਚ। ਜਿਸ ਤੇ ਮਨ ਬਾਂਛਤ ਫਲ ਲਹੀਐ, ਜਿਹਦੇ ਕਰਕੇ ਮਨ ਇੱਛਤ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ। ਅਬ ਤੀਰਥ ਕੀ ਕਾਰ ਕਰੀਜੈ, ਹੁਣ ਭਾਈ ਇਹ ਜਿਹੜੀ ਤੀਰਥ ਦੀ ਕਾਰ ਸੇਵਾ ਚੱਲਦੀ ਹੈ ਉਹ ਕਰ। ਸਭ ਸੰਗਤ ਕੇ ਸੰਗ ਮਲੀਜੈ, ਸਾਰੀਆਂ ਸੰਗਤਾਂ ਨਾਲ ਮਿਲ ਕਰਕੇ। ਜਹਾਂ ਈਂਟ ਕੇ ਲੱਗੇ ਪਜਾਵੇ, ਸੇਵਾ ਕੀ ਕਈ ਜਿੱਥੇ ਇੱਟਾਂ ਦੇ ਆਵੇ ਲੱਗੇ ਹਨ। ਬਹੁ ਈਂਧਨ ਕੇ ਸੰਗ ਪਕਾਵੇ, ਉਹਦੇ ਵਾਸਤੇ ਬਹੁਤ ਈਂਧਨ ਪਾਉਣਾ, ਭਾਵ ਕੋਈ ਬਾਲਣ ਈਂਧਨ ਮੱਚਣ ਵਾਸਤੇ ਅੱਗ ਮੱਚੇ ਜਿਹਦੇ ਨਾਲ ਇਹ ਪਕਾਈਆਂ ਜਾਣ। ਤਾਂ ਸਿੱਖ ਸੇਵਾ ਹੈ ਬਹੁ ਕਰਹੀ, ਇਹਦੇ ਵਿੱਚ ਦੇਖੋ ਕਿੰਨੇ ਸਿੱਖ ਸੇਵਾ ਕਰਦੇ ਹਨ। ਕਰਦਮ ਤੇ ਈਟਨ ਕੋ ਪਰਹੀ, ਕਰਦਮ ਕਹੀਏ ਚਿੱਕੜ ਜਿਹੜਾ ਕੋਈ ਗੰਦਗੀ ਜੀ ਹੁੰਦੀ ਆ ਉਹ ਪਾਈਏ, ਮਹਾਰਾਜ ਕਹਿੰਦੇ ਉਹਦੇ ਇੱਟਾਂ ਵਿੱਚ ਪਾਉਂਦੇ ਨੇ। ਸੁਸਕ ਹੋਏ ਤਬ ਲੇਹ ਉਠਾਏ, ਜਾਂ ਕਰਦਮ ਚਿੱਕੜ ਕਰਕੇ ਹੁਣ ਜਿਵੇਂ ਮਿੱਟੀ ਤਿਆਰ ਕਰਦੇ ਆ, ਇੱਟਾਂ ਬਣਾਉਂਦੇ ਸੁੱਕੀਆਂ ਹੁੰਦੀਆਂ ਫਿਰ ਉਹ ਚੁੱਕਦੇ ਹਨ। ਆਵੇ ਵਿਖੇ ਧਰੈ ਸਮੁਦਾਏ, ਤੇ ਲਿਆ ਕੇ ਸਾਰੀਆਂ ਆਵੇ ਦੇ ਵਿੱਚ ਧਰਦੇ ਹਨ। ਜਿਮ ਨੀਕੇ ਪਾਕੈ ਗਨ ਆਵੇ, ਇਸ ਕਰਕੇ ਭਾਈ ਬਹਿਲੋ ਮਹਾਰਾਜ ਕਹਿੰਦੇ ਚੰਗੀ ਤਰ੍ਹਾਂ ਇਹ ਪੱਕ ਜਾਣ। ਤਿਮ ਈਧਨ ਵਿਦ ਸੋ ਦੇਹ ਪਾਵੇ, ਤੂੰ ਇਹ ਡਿਊਟੀ ਕਰਿਆ ਕਰ ਵੀ ਆਵਿਆਂ ਦੇ ਵਿੱਚ ਉਸ ਤਰ੍ਹਾਂ ਈਂਧਨ ਪਾਇਆ ਕਰ, ਜੋ ਈਂਧਨ ਭਾਵ ਜਿਹਦੇ ਨਾਲ ਅੱਗ ਮਚਾਉਣੀ ਹੈ, ਇਹ ਚੰਗੀਆਂ ਪੱਕਣ, ਉਹ ਲਿਆ ਕੇ ਪਾਇਆ ਕਰ। ਤੇ ਇਹ ਫਿਰ ਭਾਈ ਬਹਿਲੋ ਨੇ ਸੇਵਾ ਕੀਤੀ। ਅਗਲਾ ਪ੍ਰਸੰਗ ਇੱਥੋਂ ਆਪਾਂ ਕੱਲ ਸਰਵਣ ਕਰਾਂਗੇ। ਹੁਣ ਟਾਈਮ ਹੋ ਗਿਆ ਹੈ ਸਮਾਪਤੀ ਦਾ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ। ਉਚਾਰਨ ਕਰੋ ਜੀ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ,
ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।